ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੇਮੰਡ ਮਰਫੀ 5th ਐਡੀਸ਼ਨ। ਔਰ ਆਪਣੀ ਯੂਨਿਟ ਹੈ ਜਿਹੜੀ ਉਹ ਆਪਾਂ ਕਰਾਂਗੇ ਯੂਨਿਟ ਨੰਬਰ 12 ਨੰਬਰ ਯੂਨਿਟ ਦੇ ਵਿੱਚ ਦੇਖੋ ਆਪਾਂ ਗੱਲ ਕਰਾਂਗੇ ਫॉर ਐਂਡ ਸਿੰਸ ਦੀ ਕਿ ਕਦੋਂ ਆਪਾਂ ਫॉर ਦਾ ਯੂਜ਼ ਕਰਦੇ ਹਾਂ, ਕਦੋਂ ਸਿੰਸ ਦਾ। ਇਸ ਤੋਂ ਇਲਾਵਾ ਵੈਨ ਐਂਡ ਹਾਊ ਲੌਂਗ ਦੀ ਵੀ ਗੱਲ ਕਰਾਂਗੇ ਕਿ ਕਿਸ ਸਿਚੁਏਸ਼ਨ ਦੇ ਵਿੱਚ ਆਪਾਂ ਵੈਨ ਦਾ ਯੂਜ਼ ਕਰਦੇ ਹਾਂ, ਕਿਸ ਸਿਚੁਏਸ਼ਨ ਦੇ ਵਿੱਚ ਹਾਊ ਲੌਂਗ ਦਾ ਯੂਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਗੱਲ ਕਰਦੇ ਆਪਾਂ ਫॉर ਐਂਡ ਸਿੰਸ ਦੀ। ਵੈਸੇ ਤਾਂ ਤੁਹਾਨੂੰ ਦੇਖੋ ਪਹਿਲਾਂ ਹੀ ਪਤਾ ਹੈ ਕਿਉਂਕਿ ਆਪਾਂ ਜਦੋਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਕੀਤਾ ਮੈਂ ਤੁਹਾਨੂੰ ਦੱਸਿਆ ਕਿ ਫॉर ਐਂਡ ਸਿੰਸ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਉਦੋਂ ਕਰਦੇ ਹਾਂ ਜਦੋਂ ਆਪਾਂ ਕੋਈ ਸਮਾਂ ਦੱਸਦੇ ਹਾਂ ਵੀ ਮੰਨ ਲਓ ਕੋਈ ਕੰਮ ਇੰਨੇ ਸਮੇਂ ਤੋਂ ਹੋ ਰਿਹਾ ਹੈ ਤਾਂ ਜਦੋਂ ਆਪਾਂ ਉਹ ਸਮਾਂ ਦੱਸਦੇ ਹਾਂ, ਟਾਈਮ ਦੱਸਦੇ ਹਾਂ ਵੀ 2 ਦਿਨਾਂ ਤੋਂ ਹੋ ਰਿਹਾ ਹੈ, 5 ਦਿਨਾਂ ਤੋਂ, 5 ਸਾਲਾਂ ਤੋਂ, 2 ਵਜੇ ਤੋਂ, ਜਨਵਰੀ ਤੋਂ, ਸੋਮਵਾਰ ਤੋਂ, ਤਾਂ ਉਦੋਂ ਆਪਾਂ ਉਹਨਾਂ ਦੇ ਅੱਗੇ ਸਿੰਸ ਜਾਂ ਫॉर ਦਾ ਯੂਜ਼ ਕਰਦੇ ਹਾਂ। ਫॉर 2 ਡੇਜ਼, ਫॉर ਅ ਲੌਂਗ ਟਾਈਮ, ਜਾਂ ਫਿਰ ਸਿੰਸ ਮੰਡੇ, ਸਿੰਸ ਜਨਵਰੀ, ਹੈ ਨਾ, ਇਸ ਤਰ੍ਹਾਂ। ਬਟ ਐਗਜ਼ੈਕਟ ਮੈਂ ਤੁਹਾਨੂੰ ਦੱਸਦਾ, ਵੈਸੇ ਪਹਿਲਾਂ ਵੀ ਇਸ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਸਿੰਸ ਦਾ ਯੂਜ਼ ਤਾਂ ਆਪਾਂ ਉਦੋਂ ਕਰਦੇ ਹਾਂ ਜਿਹੜਾ ਆਪਾਂ ਟਾਈਮ ਦੱਸਦੇ ਹਾਂ। ਜੇਕਰ ਆਪਾਂ ਐਗਜ਼ੈਕਟ ਟਾਈਮ ਦੱਸੀਏ, ਐਗਜ਼ੈਕਟ ਟਾਈਮ ਤੋਂ ਮਤਲਬ ਹੈ ਜਿਵੇਂ ਮੰਨ ਲਓ ਆਪਾਂ ਕਹੀਏ ਵੀ 2 ਵਜੇ ਤੋਂ ਕੰਮ ਹੋ ਰਿਹਾ ਵੀ ਕਲੌਕ ਟਾਈਮ। ਜੇਕਰ ਐਗਜ਼ੈਕਟ ਆਪਾਂ ਕਲੌਕ ਟਾਈਮ 8 ਵਜੇ ਤੋਂ, 2 ਵਜੇ ਤੋਂ, 10 ਵਜੇ ਤੋਂ, 11 ਵਜੇ ਤੋਂ, ਜਿੰਨਾ ਵੀ ਟਾਈਮ ਹੈ ਕਲੌਕ ਟਾਈਮ, ਤਾਂ ਉਦੋਂ ਆਪਾਂ ਉਸ ਦੇ ਅੱਗੇ ਸਿੰਸ ਦਾ ਯੂਜ਼ ਕਰਾਂਗੇ। ਸਿੰਸ 8 o'clock, ਸਿੰਸ 2 o'clock। ਓਕੇ। ਅਗਲਾ, ਜੇਕਰ ਆਪਾਂ ਕਿਸੇ ਡੇ ਦੀ ਗੱਲ ਕਰਦੇ ਹਾਂ, ਦਿਨ ਦੀ, ਸੰਡੇ, ਮੰਡੇ, ਟਿਊਜ਼ਡੇ, ਜੇਕਰ ਐਗਜ਼ੈਕਟ ਨਾਮ ਆਉਂਦਾ ਹੈ ਮੰਡੇ, ਵੀ ਮੰਡੇ ਤੋਂ, ਹੈ ਨਾ, ਟਿਊਜ਼ਡੇ ਤੋਂ, ਉਦੋਂ ਵੀ ਆਪਾਂ ਉਸ ਦੇ ਅੱਗੇ ਸਿੰਸ ਦਾ ਯੂਜ਼ ਕਰਾਂਗੇ। ਸਿੰਸ ਮੰਡੇ, ਸਿੰਸ ਟਿਊਜ਼ਡੇ, ਇਸ ਤਰ੍ਹਾਂ ਸਾਰੇ ਦਿਨ ਨੇ ਜਿੰਨੇ ਵੀ। ਉਸ ਤੋਂ ਇਲਾਵਾ ਜੇਕਰ ਆਪਾਂ ਐਗਜ਼ੈਕਟ ਕੋਈ ਤਾਰੀਖ ਦੀ ਗੱਲ ਕਰਦੇ ਹਾਂ, 12 ਮਾਰਚ ਤੋਂ, 26 ਜੂਨ ਤੋਂ, 2 ਅਪ੍ਰੈਲ ਤੋਂ, ਇਸ ਤਰ੍ਹਾਂ ਕੋਈ ਤਾਰੀਖ ਆਉਂਦੀ ਆ, ਉਸ ਦੇ ਅੱਗੇ ਵੀ ਆਪਾਂ ਸਿੰਸ ਦਾ ਯੂਜ਼ ਕਰਾਂਗੇ। ਇਸ ਤੋਂ ਇਲਾਵਾ ਲਾਸਟ, ਜੇਕਰ ਮੰਨ ਲਓ ਕੋਈ ਡੇ ਆਉਂਦਾ, ਸਿਰਫ ਆਪਾਂ ਇੰਨਾ ਕਹਿੰਦੇ ਆ ਲਾਸਟ ਡੇ, ਲਾਸਟ ਮੰਥ, ਲਾਸਟ ਈਅਰ, ਲਾਸਟ ਵੀਕ, ਇਸ ਤਰ੍ਹਾਂ ਲਾਸਟ ਤੋਂ ਬਾਅਦ ਕੋਈ ਆਉਂਦਾ ਮੰਥ, ਵੀਕ, ਡੇ, ਉਦੋਂ ਵੀ ਆਪਾਂ ਕੀ ਕਰਾਂਗੇ, ਸਿੰਸ ਦਾ ਯੂਜ਼ ਕਰਾਂਗੇ। ਲਾਸਟ ਦੇ ਅੱਗੇ ਵੀ ਆਪਾਂ ਸਿੰਸ ਦਾ ਯੂਜ਼ ਕਰਾਂਗੇ। ਇਸ ਤੋਂ ਇਲਾਵਾ ਜਿਵੇਂ 2019, 2025, 2023, 25 ਤਾਂ ਚਲੋ ਹਜੇ ਆਇਆ ਨਹੀਂ, 1988, ਮਤਲਬ ਜਿੰਨਾ ਵੀ ਕੋਈ ਈਅਰ ਆਉਂਦਾ, ਐਗਜ਼ੈਕਟ ਈਅਰ ਆ ਗਿਆ, ਠੀਕ ਹੈ, ਪੱਕਾ ਟਾਈਮ ਆ ਗਿਆ, ਤਾਂ ਇਸ ਦੇ ਅੱਗੇ ਵੀ ਆਪਾਂ ਸਿੰਸ ਦਾ ਯੂਜ਼ ਕਰਾਂਗੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਕ੍ਰਿਸਮਸ ਦੇਖੋ ਇੱਕ ਤਿਉਹਾਰ ਹੈ ਨਾ, ਦੀਵਾਲੀ, ਕ੍ਰਿਸਮਸ, ਜਦੋਂ ਆਪਾਂ ਇਹ ਗੱਲ ਕਹਿੰਦੇ ਆ ਵੀ ਮੈਂ ਕ੍ਰਿਸਮਸ ਤੋਂ ਲੈ ਕੇ ਹੁਣ ਤੱਕ ਇਹ ਗੱਲ ਕਰਦਾ ਆ ਰਿਹਾ ਜਾਂ ਕੋਈ ਕੰਮ ਹੋ ਰਿਹਾ ਹੈ, ਜਾਂ ਦੀਵਾਲੀ ਤੋਂ ਲੈ ਕੇ ਹੁਣ ਤੱਕ, ਮਤਲਬ ਉਦੋਂ ਵੀ ਆਪਾਂ ਸਿੰਸ ਕ੍ਰਿਸਮਸ, ਸਿੰਸ ਦੀਵਾਲੀ, ਇਸ ਤਰ੍ਹਾਂ ਯੂਜ਼ ਕਰਾਂਗੇ। ਇਸ ਤੋਂ ਇਲਾਵਾ ਜੂਨ, ਕਿਸੇ ਮਹੀਨੇ ਦਾ ਐਗਜ਼ੈਕਟ ਨਾਮ ਇਹ ਆਪਾਂ ਦੱਸ ਹੀ ਦਿੱਤਾ, ਸਿੰਸ ਜੂਨ, ਸਿੰਸ ਫਰਵਰੀ। ਇਸ ਤੋਂ ਇਲਾਵਾ ਮਾਰਨਿੰਗ, ਈਵਨਿੰਗ, ਆਫਟਰਨੂਨ, ਸਿੰਸ ਮਾਰਨਿੰਗ, ਸਿੰਸ ਈਵਨਿੰਗ, ਸਿੰਸ ਆਫਟਰਨੂਨ, ਵੀ ਮੈਂ ਇਹ ਕੰਮ ਮਾਰਨਿੰਗ ਤੋਂ ਕਰਦਾ ਆ ਰਿਹਾ, ਈਵਨਿੰਗ ਤੋਂ ਕਰਦਾ ਆ ਰਿਹਾ, ਤਾਂ ਸਿੰਸ। ਇਸ ਤੋਂ ਇਲਾਵਾ ਲੰਚ ਟਾਈਮ, ਡਿਨਰ ਟਾਈਮ, ਜੇਕਰ ਇਹੋ ਜਿਹਾ ਕੁਛ ਆਉਂਦਾ ਉੱਥੇ ਵੀ ਆਪਾਂ ਸਿੰਸ ਲੰਚ ਟਾਈਮ, ਕਿਉਂਕਿ ਇਹ ਵੀ ਇੱਕ ਐਗਜ਼ੈਕਟ ਟਾਈਮ ਹੋ ਗਿਆ ਵੀ ਲੰਚ ਟਾਈਮ ਤੋਂ ਸਮੇਂ, ਵੀ ਆਪਾਂ ਲੰਚ ਟਾਈਮ ਕਿੰਨੇ ਵਜੇ ਹੁੰਦਾ ਉਹ ਐਗਜ਼ੈਕਟ ਸਮਾਂ ਆਪਾਂ ਦੇਤਾ ਵੀ ਲੰਚ ਟਾਈਮ ਤੋਂ ਲੈ ਕੇ ਹੁਣ ਤੱਕ, ਠੀਕ ਹੈ, ਤਾਂ ਸਿੰਸ ਆਏਗਾ। ਇਸ ਤੋਂ ਇਲਾਵਾ ਵੀ ਅਰਾਈਵਡ, ਦੇਖੋ ਵੀ ਅਰਾਈਵਡ ਦਾ ਮਤਲਬ ਹੁੰਦਾ ਅਸੀਂ ਪਹੁੰਚੇ। ਜਦੋਂ ਆਪਾਂ ਕਿਸੇ ਨੂੰ ਇਹ ਗੱਲ ਕਹਿਣੀ ਹੋਵੇ ਵੀ ਜਦੋਂ ਤੋਂ ਮੈਂ ਪਹੁੰਚਿਆ, ਮੈਂ ਉਦੋਂ ਤੋਂ ਤੁਹਾਡੀ ਵੇਟ ਕਰ ਰਿਹਾ, ਤਾਂ ਆਪਾਂ ਕਹਾਂਗੇ ਆਈ ਹੈਵ ਬੀਨ ਵੇਟਿੰਗ ਫॉर ਯੂ ਸਿੰਸ ਆਈ ਅਰਾਈਵਡ, ਜਾਂ ਫਿਰ ਹੀ ਅਰਾਈਵਡ, ਵੀ ਅਰਾਈਵਡ, ਸਬਜੈਕਟ ਕੋਈ ਵੀ ਹੋ ਸਕਦਾ ਹੈ ਵੀ ਜਦੋਂ ਤੋਂ ਮੈਂ ਪਹੁੰਚਿਆ, ਇਹ ਐਗਜ਼ੈਕਟ ਟਾਈਮ ਹੋ ਗਿਆ ਵੀ ਜਦੋਂ ਤੋਂ ਮੈਂ ਪਹੁੰਚਿਆ, ਮੈਂ ਉਦੋਂ ਤੋਂ ਇਹ ਕੰਮ ਕਰ ਰਿਹਾ। ਇਸ ਤੋਂ ਇਲਾਵਾ ਆਈ ਗੋਟ ਅਪ, ਵੀ ਜਦੋਂ ਤੋਂ ਮੈਂ ਉੱਠਿਆ, ਮੈਂ ਉਦੋਂ ਤੋਂ ਹੀ ਕੰਮ ਕਰ ਰਿਹਾ। ਇੱਥੇ ਸਬਜੈਕਟ ਕੋਈ ਵੀ ਹੋ ਸਕਦਾ, ਹੀ ਗੋਟ ਅਪ, ਵੀ ਗੋਟ ਅਪ, ਦੇ ਗੋਟ ਅਪ, ਆਈ ਗੋਟ ਅਪ, ਸਿੰਸ ਆਈ ਗੋਟ ਅਪ, ਠੀਕ ਹੈ। ਇਸ ਤੋਂ ਇਲਾਵਾ ਆਈ ਲੈਫਟ ਸਕੂਲ, ਕਈ ਵਾਰ ਆਪਾਂ ਇਹ ਗੱਲ ਕਹਿਣੀ ਹੁੰਦੀ ਹੈ ਵੀ ਜਦੋਂ ਤੋਂ ਮੈਂ ਸਕੂਲ ਛੱਡਿਆ, ਮੈਂ ਉਦੋਂ ਤੋਂ ਹੀ ਇਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ, ਤਾਂ ਸਿੰਸ ਆਈ ਲੈਫਟ ਸਕੂਲ, ਜਾਂ ਫਿਰ ਸਿੰਸ ਆਈ ਲੈਫਟ ਦਿਸ ਕੰਪਨੀ, ਸਿੰਸ ਆਈ ਲੈਫਟ ਡੈਸ਼, ਇੱਥੇ ਆਫਿਸ, ਕੁਝ ਵੀ ਹੋ ਸਕਦਾ, ਠੀਕ ਹੈ। ਇਹ ਐਗਜ਼ੈਕਟ ਟਾਈਮ ਆ ਗਿਆ ਤਾਂ ਆਪਾਂ ਸਿੰਸ ਦਾ ਯੂਜ਼ ਕਰਾਂਗੇ। ਫॉर ਦਾ ਯੂਜ਼ ਆਪਾਂ ਸਿੰਪਲੀ ਜਦੋਂ ਐਗਜ਼ੈਕਟ ਟਾਈਮ ਨਹੀਂ ਹੁੰਦਾ, ਜਿਵੇਂ ਆਪਾਂ ਕਹਿਣਾ ਹੋਵੇ 2 ਦਿਨਾਂ ਤੋਂ, 3 ਦਿਨਾਂ ਤੋਂ, ਵੀ ਕੋਈ ਵੀ ਕੰਮ ਹੈ ਮੈਂ 2 ਦਿਨਾਂ ਤੋਂ ਕਰ ਰਿਹਾ, 3 ਦਿਨਾਂ ਤੋਂ, ਕਈ ਸਾਲਾਂ ਤੋਂ, 4 ਮਹੀਨਿਆਂ ਤੋਂ, 4 ਸਾਲਾਂ ਤੋਂ, ਮੈਨੀ ਈਅਰਸ, ਹੈ ਨਾ, ਮੈਨੀ ਈਅਰਸ, ਮੈਨੀ ਮੰਥਸ, 2 months, 3 months, 2 years, 2 days, 2 weeks, ਤਾਂ ਇਸ ਤਰ੍ਹਾਂ ਕਹਿਣਾ ਹੋਵੇ ਤਾਂ ਉੱਥੇ ਆਪਾਂ ਫॉर ਦਾ ਯੂਜ਼ ਕਰਾਂਗੇ, ਠੀਕ ਹੈ। ਇਸ ਤੋਂ ਇਲਾਵਾ ਵੀ ਦੇਖੋ 2 hours ਹੋ ਗਿਆ, ਘੰਟੇ ਕਹਿਣਾ ਹੋਵੇ 2 ਘੰਟੇ, 3 ਘੰਟੇ, 4 ਘੰਟਿਆਂ ਤੋਂ, ਇੰਨੇ ਹਫ਼ਤਿਆਂ ਤੋਂ, 2 ਹਫ਼ਤਿਆਂ ਤੋਂ, 3 ਹਫ਼ਤਿਆਂ ਤੋਂ ਆਪਾਂ ਫॉर ਦਾ ਯੂਜ਼ ਕਰਾਂਗੇ।
4 ਮਿੰਟਾਂ ਤੋਂ 40 ਮਿੰਟਾਂ ਤੋਂ 10 ਮਿੰਟਾਂ ਤੋਂ 20 ਮਿੰਟਾਂ ਤੋਂ ਤਾਂ ਵੀ ਫॉर ਦਾ ਯੂਜ਼ ਕਰਾਂਗੇ। ਇੱਥੇ ਵੀ ਦੇਖੋ 5 ਡੇਜ਼ 6 ਮੰਥਸ ਉਹੀ ਚੀਜ਼ ਆ ਗਈ, 50 ਸਾਲਾਂ ਤੋਂ ਇਹ ਵੀ ਉਹੀ ਚੀਜ਼ ਆ ਗਈ। ਇਸ ਤੋਂ ਇਲਾਵਾ ਅ ਵੀਕ, ਜੇ ਅ ਵੀਕ ਸਿੰਪਲ ਆਪਾਂ ਕਹਿੰਦੇ ਆ ਇੱਕ ਹਫਤੇ ਤੋਂ, ਤਾਂ ਕਿਹੜੇ ਹਫਤੇ ਤੋਂ ਆਪਾਂ ਨੂੰ ਨਹੀਂ ਪਤਾ। ਜੇ ਆਪਾਂ ਲਾਸਟ ਵੀਕ ਕਹਿੰਦੇ ਆ ਫਿਰ ਸਿੰਸ ਆਏਗਾ, ਬਟ ਅ ਵੀਕ ਇੱਥੇ ਫॉर ਆਏਗਾ। ਏਜਸ ਲੰਬੇ ਸਮੇਂ ਤੋਂ, ਏਜਸ ਦਾ ਮਤਲਬ ਹੁੰਦਾ ਕਈ ਸਾਲਾਂ ਤੋਂ, ਤਾਂ ਫॉर ਏਜਸ। ਅ ਲੌਂਗ ਟਾਈਮ ਲੰਬੇ ਸਮੇਂ ਤੋਂ, ਫॉर ਅ ਲੌਂਗ ਟਾਈਮ। ਤਾਂ ਇਸ ਤਰ੍ਹਾਂ ਆਪਾਂ ਇੱਥੇ ਫॉर ਦਾ ਯੂਜ਼ ਕਰਾਂਗੇ। ਸਿੰਪਲ ਹੈ। ਐਗਜ਼ਾਮਪਲ ਇੱਕ ਛੋਟੀ ਜਿਹੀ ਲੈ ਲੈਣਾ, ਜਿਸ ਤਰ੍ਹਾਂ ਦੇਖੋ ਸ਼ੀ ਹੈਜ਼ ਬੀਨ ਵਰਕਿੰਗ ਹੇਅਰ, ਉਹ ਇੱਥੇ ਕੰਮ ਕਰ ਰਹੀ ਹੈ ਫॉर 6 ਮੰਥਸ, 6 ਮਹੀਨਿਆਂ ਤੋਂ ਇੱਥੇ ਕੰਮ ਕਰ ਰਹੀ ਹੈ, ਤਾਂ ਇੱਥੇ ਫॉर ਆ ਗਿਆ ਦੇਖੋ 6 ਮਹੀਨਿਆਂ ਤੋਂ, ਠੀਕ ਹੈ। ਸ਼ੀ ਹੈਜ਼ ਬੀਨ ਵਰਕਿੰਗ ਹੇਅਰ ਸਿੰਸ ਮਾਰਚ, ਇੱਥੇ ਦੇਖੋ ਆਪਾਂ ਕਿਹਾ ਮਾਰਚ ਤੋਂ ਕੰਮ ਕਰ ਰਹੀ ਹੈ, ਐਗਜ਼ੈਕਟ ਟਾਈਮ ਆ ਗਿਆ ਤਾਂ ਆਪਾਂ ਸਿੰਸ ਦਾ ਯੂਜ਼ ਕੀਤਾ। ਚਲੋ ਇਹ ਚੀਜ਼ ਹੋ ਗਈ, ਪਹਿਲੀ ਗੱਲ ਯਾਦ ਰੱਖਣੀ ਹੈ। ਅਗਲਾ ਪੁਆਇੰਟ ਆ ਜਾਓ, ਬਿਲਕੁਲ ਆਸਾਨ ਹੈ। ਇਸ ਦੇ ਵਿੱਚ ਕੀ ਦੱਸਿਆ ਗਿਆ ਦੇਖੋ, we often leave out for but not in negative sentence। ਦੇਖੋ ਮੈਂ ਦੱਸਣਾ, ਜਿੱਥੇ ਤਾਂ ਪੱਕਾ ਟਾਈਮ ਆ ਗਿਆ, ਜਿੱਥੇ ਤਾਂ ਸਿੰਸ ਲੱਗੂਗਾ, ਸਿੰਸ ਤਾਂ ਆਪਾਂ ਲਗਾਉਣਾ ਹੀ ਲਗਾਉਣਾ ਉਸ ਟਾਈਮ ਤੋਂ ਪਹਿਲਾਂ। ਜਿੱਥੇ ਪੱਕਾ ਟਾਈਮ ਨਹੀਂ ਹੁੰਦਾ ਆਪਾਂ ਉੱਥੇ ਫॉर ਲਗਾਉਣੇ ਆ। ਜਿੱਥੇ ਜਿੱਥੇ ਆਪਾਂ ਫॉर ਦਾ ਯੂਜ਼ ਕਰਦੇ ਆ, ਫॉर ਦਾ ਯੂਜ਼ ਕਰਦੇ ਆ, ਆਪਾਂ ਜਿਹੜਾ ਫॉर ਹੈ ਉਸ ਨੂੰ ਛੱਡ ਵੀ ਸਕਦੇ ਆ। ਦੇਖੋ we often leave out for, ਅਸੀਂ ਫॉर ਨੂੰ ਛੱਡ ਵੀ ਸਕਦੇ ਆ। ਕਿਵੇਂ? ਜਿਸ ਤਰ੍ਹਾਂ ਮੰਨ ਲਓ ਇਹ ਹੈਗਾ she has been working here for 6 months, ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ she has been working here 6 months। for ਦਾ ਆਪਾਂ ਯੂਜ਼ ਨਾ ਵੀ ਕਰਾਂਗੇ ਕੋਈ ਪ੍ਰੋਬਲਮ ਨਹੀਂ, ਬਟ ਨੈਗੇਟਿਵ ਸੈਂਟੈਂਸ ਦੇ ਵਿੱਚ ਆਪਾਂ ਨੂੰ ਕਰਨਾ ਪਊਗਾ। ਜੇਕਰ ਸੈਂਟੈਂਸ ਨੈਗੇਟਿਵ ਹੋਵੇ ਫਿਰ ਆਪਾਂ ਨੂੰ for ਦਾ ਯੂਜ਼ ਕਰਨਾ ਹੀ ਪਊਗਾ। ਜਿਸ ਤਰ੍ਹਾਂ ਦੇਖੋ they have been married, ਮਤਲਬ ਉਹ ਵਿਆਹੇ ਹੋਏ ਨੇ for 10 years, ਤਾਂ ਇੱਥੇ for ਦਾ ਯੂਜ਼ ਕੀਤਾ। ਔਰ ਇਹ ਪੋਜ਼ਿਟਿਵ ਸੈਂਟੈਂਸ ਹੈ, ਆਪਾਂ for ਕੱਟ ਵੀ ਸਕਦੇ ਹਾਂ, ਆਪਾਂ ਸਿੱਧਾ ਕਹਿ ਸਕਦੇ ਹਾਂ they have been married 10 years। ਬਟ ਜੇਕਰ ਸੈਂਟੈਂਸ ਨੈਗੇਟਿਵ ਹੋਵੇ, ਜਿਸ ਤਰ੍ਹਾਂ ਆ ਹੈ they have not had a holiday, ਮਤਲਬ ਉਹਨਾਂ ਨੇ ਕੋਈ ਵੀ ਛੁੱਟੀ ਨਹੀਂ ਲਈ for 10 years, ਵੀ 10 ਸਾਲਾਂ ਤੋਂ ਉਹਨਾਂ ਨੇ ਕੋਈ ਵੀ ਛੁੱਟੀ ਹੈ ਜਿਹੜੀ ਉਹ ਨਹੀਂ ਲਈ, ਜਾਂ ਫਿਰ 10 ਸਾਲਾਂ ਤੋਂ ਉਹਨਾਂ ਨੂੰ ਕੋਈ ਵੀ ਛੁੱਟੀ ਨਹੀਂ ਆਈ, ਤਾਂ ਇਹ ਨੈਗੇਟਿਵ ਹੈ। ਤਾਂ ਇੱਥੇ ਆਪਾਂ for ਦਾ ਯੂਜ਼ ਕਰਾਂਗੇ। ਇੱਥੇ ਆਪਾਂ ਇਸ ਤਰ੍ਹਾਂ ਨਹੀਂ ਕਹਾਂਗੇ they have not had a holiday 10 year, ਨਹੀਂ, ਇੱਥੇ for ਆਪਾਂ ਛੱਡ ਨਹੀਂ ਸਕਦੇ, for ਦਾ ਯੂਜ਼ ਆਪਾਂ ਇੱਥੇ ਕਰਾਂਗੇ। ਬਟ ਇੱਕ ਚੀਜ਼ ਹੈਗੀ ਹੈ, ਜਿਹੜਾ ਨੈਗੇਟਿਵ ਸੈਂਟੈਂਸ ਹੈ, ਜਿਸ ਤਰ੍ਹਾਂ ਇਹ ਨੈਗੇਟਿਵ ਸੈਂਟੈਂਸ ਹੈ, ਇਸ ਦੇ ਵਿੱਚ ਆਪਾਂ for ਛੱਡ ਨਹੀਂ ਸਕਦੇ, ਲਗਾਉਣਾ ਹੀ ਪਊਗਾ। ਬਟ for ਦੀ ਜਗ੍ਹਾ ਤੇ ਜੇਕਰ ਆਪਾਂ ਚਾਹੀਏ ਨੈਗੇਟਿਵ ਸੈਂਟੈਂਸ ਦੇ ਵਿੱਚ ਆਪਾਂ in ਦਾ ਯੂਜ਼ ਕਰ ਸਕਦੇ ਹਾਂ। for ਦੀ ਜਗ੍ਹਾ ਤੇ ਆਪਾਂ in ਦਾ ਯੂਜ਼ ਕਰ ਸਕਦੇ ਹਾਂ। ਆਪਾਂ ਕਹਿ ਸਕਦੇ ਹਾਂ they have not had a holiday in 10 years। ਦੇਖੋ they have not had a holiday in 10 years, ਓਨਲੀ ਨੈਗੇਟਿਵ ਸੈਂਟੈਂਸ ਦੇ ਵਿੱਚ। ਇੱਥੇ ਸਿੰਸ ਦੀ ਤਾਂ ਆਪਾਂ ਗੱਲ ਨਹੀਂ ਕਰ ਰਹੇ, ਜਿੱਥੇ ਸਿੰਸ ਆਊਗਾ ਪੱਕਾ ਟਾਈਮ ਸਿੰਸ ਤਾਂ ਲਗਾਉਣਾ ਹੀ ਲਗਾਉਣਾ ਹੈ। ਆਪਾਂ for ਦੀ ਗੱਲ ਕਰ ਰਹੇ ਹਾਂ। ਲੀਵ ਆਊਟ, for ਨੂੰ ਆਪਾਂ ਛੱਡ ਸਕਦੇ ਹਾਂ ਪੋਜ਼ਿਟਿਵ ਸੈਂਟੈਂਸ ਦੇ ਵਿੱਚ ਜੇਕਰ ਚਾਹੀਏ, ਨੈਗੇਟਿਵ ਦੇ ਵਿੱਚ ਛੱਡ ਨਹੀਂ ਸਕਦੇ, ਲਗਾਉਣਾ ਹੀ ਪਊ for। ਜੇਕਰ ਚਾਹੀਏ ਉਹਦੀ ਜਗ੍ਹਾ ਤੇ in ਦਾ ਯੂਜ਼ ਤੁਸੀਂ ਕਰ ਸਕਦੇ ਹੋ। ਅਗਲਾ ਪੁਆਇੰਟ, we do not use for plus all। ਹਾਂ, ਕਈ ਵਾਰ ਇਹ ਹੁੰਦਾ ਆਪਾਂ ਕਦੇ ਗੱਲ ਇਹ ਵੀ ਕਹਿੰਦੇ ਹੁੰਦੇ ਆ ਵੀ ਪੂਰੇ ਦਿਨ ਤੋਂ, ਪੂਰੇ ਸਾਲ ਤੋਂ, ਪੂਰੀ ਜ਼ਿੰਦਗੀ ਤੋਂ। ਜਿਸ ਤਰ੍ਹਾਂ ਆਪਾਂ ਕਹਿੰਦੇ ਆ all day, ਪੂਰੇ ਸਾਲ ਤੋਂ, all my life, all year, all month, ਠੀਕ ਹੈ। ਤਾਂ ਜਿੱਥੇ all ਆ ਗਿਆ, all ਤੋਂ ਪਹਿਲਾਂ ਬੇਸ਼ੱਕ ਨੈਗੇਟਿਵ ਹੋਵੇ, ਕੁਝ ਵੀ ਹੋਵੇ, ਤੁਸੀਂ for ਦਾ ਯੂਜ਼ ਆਪਾਂ ਨਹੀਂ ਕਰਾਂਗੇ। we do not use for plus all। ਜਿਸ ਤਰ੍ਹਾਂ ਮੰਨ ਲਓ ਆਪਣੇ ਲਵੇ ਹੈਗਾ ਐਗਜ਼ਾਮਪਲ ਦੇਖੋ, I have lived here, ਮਤਲਬ ਕਹਿੰਦਾ ਇੱਥੇ ਮੈਂ ਰਿਹਾ, I have lived here all my life, ਮੇਰੀ ਸਾਰੀ ਜ਼ਿੰਦਗੀ ਮੈਂ ਇੱਥੇ ਰਿਹਾ। ਦੇਖੋ all ਆ ਗਿਆ, all my life, ਵੀ ਮੇਰੀ ਪੂਰੀ ਜ਼ਿੰਦਗੀ ਤੋਂ ਮੈਂ ਇੱਥੇ ਹੀ ਰਹਿ ਰਿਹਾ। ਹੁਣ ਆਪਾਂ ਇਹ ਨਹੀਂ ਕਹਾਂਗੇ I have lived here for all my life, ਮਤਲਬ ਕਿ ਜਿੱਥੇ all ਆ ਗਿਆ, all year ਹੋਵੇ ਬੇਸ਼ੱਕ, all day, all month, all my life, ਤਾਂ ਉਸ ਤੋਂ ਪਹਿਲਾਂ for ਦਾ ਯੂਜ਼ ਤੁਸੀਂ ਨਹੀਂ ਕਰਨਾ। ਬਸ ਕਲੀਅਰ ਹੈ। ਲੋ ਇਹ ਹੋ ਗਏ ਦੋਨੋਂ। ਹੁਣ ਇਹ ਤੇ ਆ ਜਾਓ, ਇਹ ਹੈ ਬਿਲਕੁਲ ਆਸਾਨ, ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ, ਧਿਆਨ ਨਾਲ ਸਮਝਿਓ। ਦੇਖੋ ਆਪਾਂ ਕਿਸੇ ਤੋਂ ਕੋਈ ਕੁਐਸਚਨਿੰਗ ਕਰ ਰਹੇ ਹਾਂ। ਮੰਨ ਲਓ ਕੋਈ ਬੰਦਾ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਜਾਂ ਕੋਈ ਵੀ ਕੰਮ ਕਰਦਾ, ਆਪਾਂ ਉਸ ਤੋਂ ਅਕਸਰ ਇਹ ਚੀਜ਼ ਪੁੱਛਦੇ ਹੁੰਦੇ ਆ ਵੀ ਇਹ ਕੰਮ ਤੂੰ ਕਦੋਂ ਤੋਂ ਕਰ ਰਿਹਾ ਹੈ, ਜਾਂ ਫਿਰ ਆਪਾਂ ਇਹ ਪੁੱਛਦੇ ਆ ਵੀ ਇਹ ਕੰਮ ਤੂੰ ਕਿੰਨੇ ਸਮੇਂ ਤੋਂ ਕਰਦਾ ਆ ਰਿਹਾ ਹੈ। ਇੱਕ ਦੇ ਵਿੱਚ ਤਾਂ ਸਿਰਫ ਆਪਾਂ ਇਹ ਪੁੱਛਦੇ ਆ ਵੀ ਇਹ ਕੰਮ ਤੂੰ ਕਦੋਂ ਤੋਂ ਕਰ, ਵੀ ਕਦੋਂ ਸਟਾਰਟ ਕੀਤਾ ਇਹ ਕੰਮ ਤੈਂ, ਹੈ ਨਾ, ਲੰਘੇ ਹੋਏ ਸਮੇਂ ਦੇ ਵਿੱਚ। ਇੱਕ ਆਪਾਂ ਇਹ ਪੁੱਛਦੇ ਆ ਵੀ ਇਹ ਕੰਮ ਤੂੰ ਹੁਣ ਤੱਕ ਕਦੋਂ ਤੋਂ ਕਰਦਾ ਆ ਰਿਹਾ ਹੈ। ਹੁਣ ਉਹ ਜਿਹੜੇ ਕੁਐਸਚਨ ਨੇ ਆਪਾਂ ਕਿਸ ਤੋਂ ਪੁੱਛਦੇ ਆ, ਦੋ ਤਰੀਕਿਆਂ ਨਾਲ ਆਪਾਂ ਕੁਐਸਚਨ ਪੁੱਟ ਕਰਦੇ ਆ। ਇੱਕ ਤਾਂ ਵੈਨ ਦੇ ਨਾਲ, ਇੱਕ ਹਾਊ ਲੌਂਗ ਦੇ ਨਾਲ। ਹੁਣ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ, ਜਦੋਂ ਆਪਾਂ ਕਿਸੇ ਤੋਂ ਕੋਈ ਕੁਐਸਚਨ ਪੁੱਛਦੇ ਆ ਕਿਸੇ ਦੇ ਕੰਮ ਬਾਰੇ, ਕੋਈ ਵੀ ਕੰਮ, ਕਿੰਨੇ ਸਾਲਾਂ ਤੋਂ ਜਾਂ ਕਿੰਨੇ ਤੋਂ ਤੂੰ ਇਹ ਕੰਮ ਕਰ ਰਿਹਾ, ਕਦੋਂ ਤੋਂ,
ਤਾਂ ਜਦੋਂ ਆਪਾਂ ਵੈਨ ਦੇ ਨਾਲ ਕੁਐਸਚਨ ਪੁੱਛਾਂਗੇ ਤਾਂ ਉਦੋਂ ਆਪਾਂ ਪਾਸਟ ਇੰਡੈਫੀਨੇਟ ਟੈਂਸ ਬਣਾਵਾਂਗੇ। ਪਾਸਟ ਇੰਡੈਫੀਨੇਟ ਤੁਹਾਨੂੰ ਪਤਾ ਹੈ ਸਬਜੈਕਟ ਪਲੱਸ ਵਰਬ ਦੀ ਸੈਕੰਡ ਫਾਰਮ ਆਬਜੈਕਟ, ਤੇ ਜਦੋਂ ਇੰਟੈਰੋਗੇਟਿਵ ਹੁੰਦਾ ਤਾਂ ਅੱਗੇ ਵੈਨ ਆਏਗਾ। ਫਿਰ ਇੰਟੈਰੋਗੇਟਿਵ ਦੇ ਵਿੱਚ ਕੀ ਹੁੰਦਾ, ਪਹਿਲਾਂ ਡਿਡ, ਫਿਰ ਸਬਜੈਕਟ, ਫਿਰ ਵਰਬ ਦੀ ਫਸਟ ਫਾਰਮ। ਤੁਹਾਨੂੰ ਪਤਾ ਹੋਣਾ ਚਾਹੀਦਾ ਪਾਸਟ ਇੰਡੈਫੀਨੇਟ ਟੈਂਸ। ਦੇਖੋ ਜਦੋਂ ਵੈਨ ਦੇ ਨਾਲ ਆਪਾਂ ਕਿਸੇ ਤੋਂ ਕੁਐਸਚਨ ਪੁੱਛਦੇ ਆ ਤਾਂ ਪਲੱਸ ਆਪਾਂ ਕੀ ਕਰਨਾ, ਪਾਸਟ ਸਿੰਪਲ ਪਾਸਟ ਇੰਡੈਫੀਨੇਟ ਟੈਂਸ ਆਪਾਂ ਨੇ ਬਣਾਉਣਾ। ਐਂਡ ਜਦੋਂ ਹਾਊ ਲੌਂਗ ਤੋਂ ਆਪਾਂ ਕਿਸੇ ਤੋਂ ਕੁਐਸਚਨ ਪੁੱਛਦੇ ਆ ਤਾਂ ਹਾਊ ਲੌਂਗ ਦਾ ਮਤਲਬ ਹੁੰਦਾ ਕਿੰਨੇ ਸਮੇਂ ਤੋਂ, ਵੀ ਪਾਸਟ ਤੋਂ ਲੈ ਕੇ ਹੁਣ ਤੱਕ ਕਿੰਨੇ ਸਮੇਂ ਤੋਂ ਇਹ ਕੰਮ ਕਰਦਾ ਆ ਰਿਹਾ ਹੈ, ਤਾਂ ਉਦੋਂ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਉਣਾ। ਪ੍ਰੈਜ਼ੈਂਟ ਪਰਫੈਕਟ ਦਾ ਮਤਲਬ ਹੈ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਾਂ ਫਿਰ ਪ੍ਰੈਜ਼ੈਂਟ ਪਰਫੈਕਟ, ਕਿਉਂਕਿ ਤੁਹਾਨੂੰ ਪਤਾ ਹੈ ਆਪਾਂ ਹਾਊ ਲੌਂਗ, ਜਦੋਂ ਆਪਾਂ ਹਾਊ ਲੌਂਗ ਕਹਿ ਕੇ ਕਿਸੇ ਤੋਂ ਕੁਐਸਚਨ ਪੁੱਛਦੇ ਆ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਟੈਂਸ ਬਣਾਉਣੇ ਆ। ਬਟ ਕਈ ਵਾਰ ਜਿਹੜੀ ਵਰਬਸ ਨੇ ਜਿਸ ਤਰ੍ਹਾਂ ਨੋ, ਨੀਡ, ਹਨਾ, ਬੀ, ਹੈਵ, ਇਹ ਜਿਹੀਆਂ ਫਾਰਮਸ ਹੁੰਦੀਆਂ ਨੇ, ਉਦੋਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਦਾ, ਉਦੋਂ ਪ੍ਰੈਜ਼ੈਂਟ ਪਰਫੈਕਟ ਹੀ ਬਣਦਾ। ਉਹ ਪਿਛਲੀ ਯੂਨਿਟਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਸੋ ਇਹ ਚੀਜ਼ਾਂ ਸਮਝ ਗਏ। ਜਦੋਂ ਵੈਨ ਤਾਂ ਪਾਸਟ ਇੰਡੈਫੀਨੇਟ, ਜਦੋਂ ਹਾਊ ਲੌਂਗ ਫਿਰ ਪ੍ਰੈਜ਼ੈਂਟ ਪਰਫੈਕਟ ਜਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ। ਜਿਸ ਤਰ੍ਹਾਂ ਮੰਨ ਲਓ ਆਪਾਂ ਕਿਸੇ ਤੋਂ ਕੁਐਸਚਨ ਪੁੱਛਦੇ ਹਾਂ, ਦੇਖੋ ਇਹ ਫਸਟ ਦੇ ਵਿੱਚ ਦੇਖੋ ਧਿਆਨ ਦੇ ਨਾਲ, ਆਪਾਂ ਕਿਸੇ ਤੋਂ ਕੁਐਸਚਨ ਪੁੱਛਿਆ ਵੈਨ, ਦੇਖੋ ਵੈਨ ਆ ਗਿਆ, ਆਪਾਂ ਪਾਸਟ ਇੰਡੈਫੀਨੇਟ ਬਣਾ ਰਹੇ ਹਾਂ। ਵੈਨ ਡਿਡ, ਦੇਖੋ ਡਿਡ ਆ ਗਿਆ ਕਿਉਂਕਿ ਇੰਟੈਰੋਗੇਟਿਵ ਹੈ, ਫਿਰ ਸਬਜੈਕਟ ਆ ਗਿਆ ਇਟ, ਫਿਰ ਸਟਾਰਟ ਵਰਬ ਦੀ ਫਸਟ ਫਾਰਮ। ਇਹ ਰੇਨਿੰਗ, ਜਿਹੜੀ ਇਹ ਰੇਨਿੰਗ ਹੈ, ਪਜ਼ਲ ਨਹੀਂ ਹੋਣਾ ਕਿਸੇ ਨੇ, ਇਹ ਰੇਨਿੰਗ ਦਾ ਮਤਲਬ ਹੈ ਵਰਖਾ। ਇਹ ਨਾਉਨ ਹੈ, ਐਜ਼ ਅ ਜੈਰੈਂਡ ਯੂਜ਼ ਹੋ ਰਿਹਾ, ਇਹ ਵਰਬ ਦੀ ਫਾਰਮ ਨਹੀਂ ਹੈਗੀ। ਕਿਤੇ ਸਮਝੋ ਵੀ ਵਰਬ ਦੀ ਫਸਟ ਫਾਰਮ ਦੇ ਨਾਲ ਆਈਐਨਜੀ ਹੈ ਨਾ, ਇਹ ਵਰਬ ਦੀ ਫਸਟ ਫਾਰਮ ਨਹੀਂ ਹੈਗੀ, ਇਹ ਹੈਗੀ ਰੇਨਿੰਗ। ਇਹ ਨਾਉਨ ਹੈ, ਰੇਨਿੰਗ ਹੁੰਦਾ ਵਰਖਾ। ਕਹਿੰਦਾ ਵੈਨ ਡਿਡ ਇਟ ਸਟਾਰਟ ਰੇਨਿੰਗ, ਕਹਿੰਦਾ ਵਰਖਾ ਕਦੋਂ ਸਟਾਰਟ ਹੋਈ ਸੀ। ਹੁਣ ਆਪਾਂ ਜਦੋਂ ਵਰਖਾ ਸਟਾਰਟ ਹੋਈ ਸੀ ਆਪਾਂ ਸਿਰਫ ਉਹ ਐਗਜ਼ੈਕਟ ਟਾਈਮ ਦੱਸਣਾ ਵੀ ਵਰਖਾ ਕਦੋਂ ਸਟਾਰਟ ਹੋਈ ਸੀ। ਇਹਨੇ ਇਹ ਤਾਂ ਨਹੀਂ ਪੁੱਛਿਆ ਵੀ ਜਿਹੜੀ ਵਰਖਾ ਕਦੋਂ ਤੋਂ ਪੈ ਰਹੀ ਹੈ। ਜੇ ਤਾਂ ਇਹ ਪੁੱਛਿਆ ਹੁੰਦਾ ਕਦੋਂ ਤੋਂ ਵਰਖਾ ਹੋ ਰਹੀ ਹੈ ਫਿਰ ਤਾਂ ਆਪਾਂ ਇਹ ਦੱਸਦੇ ਵੀ ਪਾਸਟ ਦੇ ਵਿੱਚ, ਹਨਾ, ਵੀ ਇੱਥੋਂ ਲੈ ਕੇ ਪਾਸਟ ਦੇ ਆਹ ਸਮੇਂ ਤੋਂ ਲੈ ਕੇ ਹੁਣ ਤੱਕ ਵਰਖਾ ਹੁੰਦੀ ਆ ਰਹੀ ਹੈ। ਇਹ ਸਿਰਫ ਇਹ ਪੁੱਛ ਰਿਹਾ ਹੈ ਵੈਨ ਡਿਡ ਇਟ ਸਟਾਰਟ ਰੇਨਿੰਗ, ਵਰਖਾ ਕਦੋਂ ਸਟਾਰਟ ਹੋਈ। ਤਾਂ ਜਦੋਂ ਆਪਾਂ ਇਸ ਤਰ੍ਹਾਂ ਸਵਾਲ ਪੁੱਛਦੇ ਹਾਂ ਵੈਨ ਤੋਂ ਤਾਂ ਜਿਹੜਾ ਆਪਾਂ ਉਸਦਾ ਆਨਸਰ ਦਿੰਦੇ ਆ ਉਹ ਵੀ ਆਪਾਂ ਪਾਸਟ ਇੰਡੈਫੀਨੇਟ ਦੇ ਵਿੱਚ ਹੀ ਦੇਵਾਂਗੇ। ਦੇਖੋ ਤਾਂ ਇਹ ਆਨਸਰ ਦੇ ਰਿਹਾ ਆਪਾਂ ਇਸ ਦਾ, ਇਟ ਸਟਾਰਟਡ, ਇਟ ਆ ਗਿਆ ਸਬਜੈਕਟ, ਸਟਾਰਟਡ ਵਰਬ ਦੀ ਸੈਕੰਡ ਫਾਰਮ ਆ ਗਈ। ਇਹ ਰੇਨਿੰਗ ਨਾਉਨ ਹੈ, ਠੀਕ ਹੈ। ਇਟ ਸਟਾਰਟ ਰੇਨਿੰਗ, ਇਟ ਸਟਾਰਟਡ ਰੇਨਿੰਗ, ਰੇਨਿੰਗ ਸਟਾਰਟ ਹੋਈ ਐਨ ਆਰ ਅਗੋ, 1 ਘੰਟਾ ਪਹਿਲਾਂ। ਜਾਂ ਫਿਰ ਕੋਈ ਹੋਰ ਸਮਾਂ ਦੱਸਣਾ ਹੋਵੇ ਐਟ 1 o'clock, 1 ਵਜੇ। ਹੁਣ ਆਪਾਂ ਇੱਥੇ ਇਹ ਨਹੀਂ ਕਹਾਂਗੇ ਇਟ ਸਟਾਰਟਡ ਰੇਨਿੰਗ ਫॉर ਐਨ ਆਰ ਅਗੋ, ਫॉर ਐਨ ਆਰ ਅਗੋ ਨਹੀਂ। ਜਾਂ ਫਿਰ ਆਪਾਂ ਕਹੀਏ ਐਟ 1 o'clock ਦੀ ਜਗ੍ਹਾ ਤੇ ਆਪਾਂ ਕਹੀਏ ਸਿੰਸ 1 o'clock, ਸਿੰਸ 1 o'clock ਨਹੀਂ, ਐਟ 1 o'clock। ਸਿੰਸੋ 1 o'clock ਦਾ ਤਾਂ ਮਤਲਬ ਇਹ ਹੋ ਜੂ ਵੀ 1 ਵਜੇ ਤੋਂ ਲੈ ਕੇ ਵਰਖਾ ਹੋ ਰਹੀ ਹੈ। ਜੇ ਆਪਾਂ ਕਹੀਏ ਫॉर ਐਨ ਆਰ ਤਾਂ ਉਹਦਾ ਮਤਲਬ ਹੋ ਜੂ 1 ਘੰਟੇ ਤੋਂ ਵਰਖਾ ਹੋ ਰਹੀ ਹੈ। ਆਪਾਂ ਇਹ ਥੋੜੀ ਦੱਸ ਰਹੇ ਹਾਂ ਵੀ ਇੰਨੇ ਸਮੇਂ ਤੋਂ ਹੋ ਰਹੀ ਹੈ, ਆਪਾਂ ਤਾਂ ਇਹ ਦੱਸ ਰਹੇ ਹਾਂ ਵੀ ਇੰਨੇ ਵਜੇ ਸਟਾਰਟ ਹੋਈ, 1 ਘੰਟਾ ਪਹਿਲਾਂ ਸਟਾਰਟ ਹੋਈ, 1 ਵਜੇ ਸਟਾਰਟ ਹੋਈ, 2 ਵਜੇ ਸਟਾਰਟ ਹੋਈ, 2 ਦਿਨ ਪਹਿਲਾਂ ਸਟਾਰਟ ਹੋਈ। ਆਪਾਂ ਉਨੇ ਵਜੇ ਤੋਂ ਲੈ ਕੇ ਨਹੀਂ ਦੱਸ ਰਹੇ। ਇਸ ਲਈ ਜਦੋਂ ਪਾਸਟ ਇੰਡੈਫੀਨੇਟ ਵੈਨ ਤੋਂ ਆਪਾਂ ਕੋਈ ਕੁਐਸਚਨ ਕਰਦੇ ਹਾਂ, ਠੀਕ ਹੈ, ਤਾਂ ਪਾਸਟ ਇੰਡੈਫੀਨੇਟ ਜਦੋਂ ਆਨਸਰ ਦਿੰਦੇ ਆ ਉਹ ਵੀ ਪਾਸਟ ਇੰਡੈਫੀਨੇਟ ਹੁੰਦਾ। ਹੁਣ ਹਾਊ ਲੌਂਗ ਤੋਂ ਆਜੋ। ਹੁਣ ਇਹੀ ਕੁਐਸਚਨ ਦੇਖੋ ਹਾਊ ਲੌਂਗ ਦੇ ਨਾਲ ਕੀਤਾ ਗਿਆ। ਇੱਥੇ ਤੱਕ ਆਪਣੇ ਤੋਂ ਪੁੱਛਿਆ ਸੀ, ਕਹਿੰਦਾ ਵੈਨ ਡਿਡ ਇਟ ਸਟਾਰਟ ਰੇਨਿੰਗ, ਵਰਖਾ ਕਦੋਂ ਸਟਾਰਟ ਹੋਈ। ਇੱਥੇ ਕਹਿ ਰਿਹਾ ਦੇਖੋ ਹਾਊ ਲੌਂਗ ਹੈਜ਼ ਇਟ ਬੀਨ ਰੇਨਿੰਗ, ਵਰਖਾ ਕਦੋਂ ਤੋਂ ਹੋ ਰਹੀ ਹੈ, ਵੀ ਕਦੋਂ ਤੋਂ ਹੋ ਰਹੀ ਹੈ। ਹੁਣ ਆਪਾਂ ਦੱਸਾਂਗੇ ਵੀ ਇੰਨੇ ਤੋਂ ਲੈ ਕੇ ਪਾਸਟ ਦੇ ਵਿੱਚ, ਵੀ ਪਾਸਟ ਤੋਂ ਲੈ ਕੇ ਹੁਣ ਤੱਕ ਕਦੋਂ ਤੋਂ ਹੋ ਰਹੀ ਹੈ। ਤਾਂ ਇਹ ਪ੍ਰੈਜ਼ੈਂਟ ਪਰਫੈਕਟ ਹੈ। ਹਾਊ ਲੌਂਗ ਆ ਗਿਆ, ਹੈਜ਼ ਆ ਗਿਆ, ਸਬਜੈਕਟ ਆ ਗਿਆ, ਇਹ ਬੀਨ ਵਰਬ ਦੀ ਥਰਡ ਫਾਰਮ ਹੈ ਇੱਥੇ, ਠੀਕ ਹੈ। ਕਿਉਂਕਿ ਇਹ ਨਾ ਸਮਝੋ ਹੈਜ਼ ਇਟ ਬੀਨ ਰੇਨਿੰਗ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਹੈਗਾ, ਇਹ ਪ੍ਰੈਜ਼ੈਂਟ ਪਰਫੈਕਟ ਹੈ। ਕਿਉਂਕਿ ਆ ਜਿਹੜੀ ਰੇਨਿੰਗ ਹੈ ਇਹ ਤਾਂ ਨਾਉਨ ਹੈ, ਇਹ ਤਾਂ ਨਾਉਨ ਹੈ। ਕਿਉਂਕਿ ਇੱਥੇ ਬੀ ਦੀ ਫਾਰਮ ਹੈ, ਤਾਂ ਬੀ ਦੀ ਫਾਰਮ ਆਪਾਂ ਤੁਹਾਨੂੰ ਦੱਸਿਆ ਸੀ ਪਿਛਲੀ ਯੂਨਿਟ ਦੇ ਵਿੱਚ ਪ੍ਰੈਜ਼ੈਂਟ ਪਰਫੈਕਟ ਬਣਾਉਣੇ ਆ। ਤਾਂ ਹਾਊ ਲੌਂਗ ਹੈਜ਼ ਇਟ ਬੀਨ ਰੇਨਿੰਗ, ਵਰਖਾ ਕਦੋਂ ਤੋਂ ਹੋ ਰਹੀ ਹੈ। ਹੁਣ ਆਪਾਂ ਦੱਸਾਂਗੇ ਵਰਖਾ ਇੰਨੇ ਵਜੇ ਤੋਂ ਹੋ ਰਹੀ ਹੈ ਹੁਣ ਤੱਕ, ਪਾਸਟ ਤੋਂ ਲੈ ਕੇ ਹੁਣ ਤੱਕ। ਤਾਂ ਆਪਾਂ ਕਹਿ ਰਹੇ ਹਾਂ ਇਟ ਹੈਜ਼ ਬੀਨ ਰੇਨਿੰਗ, ਤਾਂ ਦੇਖੋ ਇਟ हैज़ आ गया। हैज़ ਦੇ ਨਾਲ ਵਰਬ ਦੀ ਥਰਡ ਫਾਰਮ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾ ਰਹੇ ਹਾਂ ਕਿਉਂकि ਆਪਣੇ ਲਈ ਜਿਹੜੀ ਫਾਰਮ ਹੈ ਉਹ ਬੀ ਹੈ, ਬੀ ਦੀ ਫਾਰਮ ਹੈ ਤਾਂ ਬੀ ਦੀ ਫਾਰਮ ਆਪਾਂ ਪ੍ਰੈਜ਼ੈਂਟ ਪਰਫੈਕਟ ਬਣਾਉਣੇ ਆ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ क्योंकि ਇਹ ਤਾਂ ਨਾउन है रेनिंग।
ਆਪਾਂ ਕਹਿ ਰਹੇ ਹਾਂ ਇਟ ਹੈਜ਼ ਬੀਨ ਰੇਨਿੰਗ, ਵਰਖਾ ਹੋ ਰਹੀ ਹੈ। ਕਦੋਂ ਤੋਂ ਹੋ ਰਹੀ ਹੈ? ਹੁਣ ਆਪਾਂ ਦੱਸਦੇ ਹਾਂ ਫॉर ਐਨ ਆਰ, 1 ਘੰਟੇ ਤੋਂ ਹੋ ਰਹੀ ਹੈ। ਹੁਣ ਇੱਥੇ ਫॉर ਐਨ ਆਰ ਅਗੋ ਨਹੀਂ ਆਏਗਾ, ਨਹੀਂ ਨਹੀਂ, ਅਗੋ ਤਾਂ ਜਦੋਂ ਆਪਾਂ ਕਹਿਣਾ ਹੋਵੇ 1 ਘੰਟਾ ਪਹਿਲਾਂ ਸਟਾਰਟ ਹੋਈ, 1 ਵਜੇ ਸਟਾਰਟ ਹੋਈ, ਉਦੋਂ ਇੱਥੇ ਆਏਗਾ ਇਟ ਹੈਜ਼ ਬੀਨ ਰੇਨਿੰਗ ਫॉर ਐਨ ਅਗੋ, ਸੌਰੀ ਫॉर ਐਨ ਆਰ, 1 ਘੰਟੇ ਤੋਂ ਵਰਖਾ ਹੋ ਰਹੀ ਹੈ। ਜੇਕਰ ਆਪਾਂ ਕਹਿੰਦੇ ਹੋਵੇ 1 ਵਜੇ ਤੋਂ ਹੋ ਰਹੀ ਹੈ, ਫਿਰ ਐਟ ਦੀ ਜਗ੍ਹਾ ਤੇ ਆਪਾਂ ਸਿੰਸ ਲਗਾਵਾਂਗੇ, ਸਿੰਸ 1 o'clock, ਇਟ ਹੈਜ਼ ਬੀਨ ਰੇਨਿੰਗ ਸਿੰਸ 1 o'clock, ਜਿਹੜੀ ਵਰਖਾ 1 ਵਜੇ ਤੋਂ ਹੋ ਰਹੀ ਹੈ, ਕਿਉਂਕਿ ਇਸਨੇ ਪੁੱਛਿਆ ਹੀ ਇਹੀ ਚੀਜ਼ ਹੈ ਵੀ ਕਿੰਨੇ ਸਮੇਂ ਤੋਂ ਹੋ ਰਹੀ ਹੈ। ਤਾਂ ਆਪਾਂ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਜਾਂ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਸਿੰਸ ਜਾਂ ਫॉर ਲਗਾ ਕੇ ਦੱਸਾਂਗੇ ਟਾਈਮ। ਬਟ ਜਦੋਂ ਇਸ ਦੇ ਵਿੱਚ ਪੁੱਛਦਾ ਵੈਨ ਦੇ ਨਾਲ, ਵੈਨ ਦੇ ਵਿੱਚ ਸਿਰਫ ਇਹ ਪੁੱਛਦਾ ਕਿ ਵਰਖਾ ਕਦੋਂ ਸਟਾਰਟ ਹੋਈ, ਉਦੋਂ ਸਿਰਫ ਆਪਾਂ ਸਮਾਂ ਦੱਸਦੇ ਹਾਂ ਵੀ ਇੰਨੇ ਵਜੇ ਸਟਾਰਟ ਹੋਈ, ਉੱਥੇ ਆਪਾਂ ਸਿੰਸ ਜਾਂ ਫॉर ਨਹੀਂ ਲਗਾਉਂਦੇ, ਸਿੰਪਲ ਕਹਿੰਦੇ ਆ ਇਟ ਸਟਾਰਟਡ ਰੇਨਿੰਗ ਐਨ ਆਰ ਅਗੋ ਜਾਂ ਫਿਰ ਐਟ 1 o'clock। ਆਈ ਹੋਪ ਕਿ ਸਮਝ ਆ ਗਈ। ਜੇਕਰ 1 ਦਿਨ ਪਹਿਲਾਂ ਸਟਾਰਟ ਹੋਈ ਹੈ ਇਟ ਸਟਾਰਟਡ ਰੇਨਿੰਗ, ਠੀਕ ਹੈ, 1 day ago, ਠੀਕ ਹੈ, ਕੁਝ ਵੀ ਕਹਿ ਸਕਦੇ ਹਾਂ, ਅ ਡੇ ਅਗੋ, 1 day ago ਨਹੀਂ, ਅ ਡੇ ਅਗੋ, ਇਸ ਤਰ੍ਹਾਂ। ਓਕੇ, ਆਈ ਹੋਪ ਕਿ ਇਹ ਚੀਜ਼ਾਂ ਸਾਰੀਆਂ ਸਮਝ ਆ ਗਈਆਂ। ਬਿਲਕੁਲ ਈਜ਼ੀ ਹੈ ਕੰਮ, ਜਦੋਂ ਐਕਸਰਸਾਈਜ਼ ਕਰੋਗੇ ਬਣਾਵਾਂਗੇ ਉਦੋਂ ਵੀ ਆਪਾਂ ਨਾਲ ਹੁੰਦੇ ਤੁਹਾਨੂੰ ਸਮਝਾਵਾਂਗੇ ਵੀ ਇਹ ਕਿਸ ਤਰ੍ਹਾਂ ਆਇਆ, ਸੈਂਸ ਹੈ ਜਿਹੜੀ ਸੈਂਟੈਂਸ ਦੀ ਕੀ ਬਣਦੀ ਹੈ, ਕਿਵੇਂ ਇਸ ਦਾ ਆਨਸਰ ਆਇਆ। ਸੋ ਇਹ ਸਾਰੇ ਜਿਹੜੇ ਰੂਲਸ ਨੇ ਹਨਾ, ਇਹ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਚੰਗੀ ਤਰ੍ਹਾਂ ਲਿਖ ਕੇ ਰੱਖਣੇ ਨੇ। ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦੀਆਂ ਜਿਹੜੀ ਆਪਣੀ ਐਕਸਰਸਾਈਜ਼ਸ ਨੇ ਦੇਖੋ ਉਹ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਆਪਾਂ ਫਸਟ ਐਕਸਰਸਾਈਜ਼ ਕਰਾਂਗੇ, ਬਿਲਕੁਲ ਸਿੰਪਲ ਹੈ, ਰਾਈਟ ਫॉर ਔਰ ਸਿੰਸ। ਫॉर ਔਰ ਸਿੰਸ ਦਾ ਆਪਾਂ ਨੇ ਚੂਜ਼ ਕਰਨਾ ਕਿ ਜਿਹੜੇ ਬਲੈਂਕਸ ਨੇ ਇਹਨਾਂ ਦੇ ਵਿੱਚ ਫॉर ਆਏਗਾ ਜਾਂ ਸਿੰਸ ਆਏਗਾ, ਉਹ ਬਸ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਹਾਨੂੰ ਮੈਂ ਸਮਝਾਇਆ। ਦੇਖੋ ਜਿਸ ਤਰ੍ਹਾਂ ਫਸਟ ਸੈਂਟੈਂਸ ਹੈ, ਇਟ ਹੈਜ਼ ਬੀਨ ਰੇਨਿੰਗ ਡੈਸ਼ ਲੰਚ ਟਾਈਮ। ਦੇਖੋ ਲੰਚ ਟਾਈਮ ਆ ਗਿਆ, ਐਗਜ਼ੈਕਟ ਸਮਾਂ ਆ ਗਿਆ, ਡਿਨਰ ਲੰਚ, ਤਾਂ ਇੱਥੇ ਆਪਾਂ ਕੀ ਯੂਜ਼ ਕਰਾਂਗੇ, ਸਿੰਸ ਵੀ ਮਤਲਬ ਜਿਹੜੀ ਵਰਖਾ ਹੈ ਲੰਚ ਟਾਈਮ ਤੋਂ ਵਰਖਾ ਜਿਹੜੀ ਉਹ ਹੋ ਰਹੀ ਹੈ। ਸੈਕੰਡ ਦੇਖੋ, ਪੌਲ ਹੈਜ਼ ਲਿਵਡ ਇਨ ਬ੍ਰਾਜ਼ੀਲ। ਜਿਹੜਾ ਪੌਲ ਹੈ ਉਹ ਬ੍ਰਾਜ਼ੀਲ ਦੇ ਵਿੱਚ ਰਹਿ ਰਿਹਾ ਹੈ 10 years, 10 ਸਾਲਾਂ ਤੋਂ। ਦੇਖੋ 10 years ਕੋਈ ਐਗਜ਼ੈਕਟ ਸਮਾਂ ਨਹੀਂ ਹੈਗਾ, ਤਾਂ ਆਪਾਂ ਫॉर 10 years। ਥਰਡ ਦੇਖੋ, ਆਈ ਐਮ ਟਾਇਰਡ ਆਫ ਵੇਟਿੰਗ, ਕਹਿੰਦਾ ਮੈਂ ਇੰਤਜ਼ਾਰ ਕਰ ਕਰਕੇ ਥੱਕ ਗਿਆ। ਵੀ ਹੈਵ ਬੀਨ ਸਿਟਿੰਗ ਹੇਅਰ ਐਨ ਆਰ, ਅਸੀਂ ਇੱਥੇ 1 ਘੰਟੇ ਤੋਂ ਬੈਠੇ ਹਾਂ। ਦੇਖੋ ਐਨ ਆਰ ਆ ਗਿਆ, ਕਿਹੜਾ ਘੰਟਾ ਕੁਝ ਨਹੀਂ ਪਤਾ, ਤਾਂ ਇੱਥੇ ਵੀ ਆਪਾਂ ਫॉर ਐਨ ਆਰ। ਚੌਥਾ ਦੇਖੋ, ਕੈਵਿਨ ਹੈਜ਼ ਬੀਨ ਲੁਕਿੰਗ ਫॉर ਅ ਜੌਬ। ਜਿਹੜਾ ਕੈਵਿਨ ਹੈ ਉਹ ਜੌਬ ਹੈ ਜਿਹੜੀ ਉਹ ਲੱਭ ਰਿਹਾ ਹੈ। ਹੀ ਲੈਫਟ ਸਕੂਲ, ਮਤਲਬ ਕਿ ਜਦੋਂ ਤੋਂ ਉਸਨੇ ਸਕੂਲ ਛੱਡਿਆ। ਦੇਖੋ ਹੀ ਲੈਫਟ ਸਕੂਲ, ਐਗਜ਼ੈਕਟ ਸਮਾਂ ਆ ਗਿਆ, ਤਾਂ ਇੱਥੇ ਆਪਾਂ ਸਿੰਸ ਦਾ ਯੂਜ਼ ਕਰਾਂਗੇ, ਠੀਕ ਹੈ। ਇਸ ਤੋਂ ਅੱਗੇ ਫਿਫਥ ਦੇਖੋ, ਪੰਜਵਾਂ, ਆਈ ਹੈਵਨਟ ਬੀਨ ਟੂ ਅ ਪਾਰਟੀ। ਕਹਿੰਦਾ ਮੈਂ ਪਾਰਟੀ ਦੇ ਵਿੱਚ ਨਹੀਂ ਗਿਆ ਏਜਜ਼, ਮਤਲਬ ਏਜਜ਼ ਕਈ ਸਾਲਾਂ ਤੋਂ। ਏਜਜ਼ ਆ ਗਿਆ ਤਾਂ ਏਜਜ਼ ਦੇ ਨਾਲ ਤੁਹਾਨੂੰ ਪਤਾ ਹੈ ਫॉर ਦਾ ਯੂਜ਼ ਕਰਦੇ ਆ। ਜੋ ਰੂਲਸ ਦੱਸੇ ਨੇ ਜੇਕਰ ਉਹ ਤੁਹਾਨੂੰ ਯਾਦ ਨੇ ਦੇਖੋ ਉਹਦੇ ਅਕੋਰਡਿੰਗ ਦੇਖੋ। ਛੇਵਾਂ, ਆਈ ਵੰਡਰ ਵੇਅਰ ਜੋ ਇਜ਼। ਕਹਿੰਦਾ ਮੈਂ ਹੈਰਾਨ ਆ ਵੀ ਜਿਹੜਾ ਜੋ ਹੈ ਉਹ ਕਿੱਥੇ ਹੈ। ਆਈ ਹੈਵਨਟ ਸੀਨ ਹਿਮ, ਮੈਂ ਉਸ ਨੂੰ ਨਹੀਂ ਦੇਖਿਆ ਲਾਸਟ ਵੀਕ, ਪਿਛਲੇ ਹਫਤੇ ਤੋਂ। ਦੇਖੋ ਲਾਸਟ ਆ ਗਿਆ, ਲਾਸਟ ਦੇ ਨਾਲ ਮੈਂ ਤੁਹਾਨੂੰ ਦੱਸਿਆ ਸੀ ਆਪਾਂ ਯੂਜ਼ ਕਰਦੇ ਹਾਂ ਸਿੰਸ। ਸੱਤਵਾਂ ਦੇਖੋ, ਜੇਨ ਇਜ਼ ਅਵੇ ਔਨ ਹੌਲੀਡੇ। ਜਿਹੜੀ ਜੇਨ ਹੈ ਉਹ ਛੁੱਟੀਆਂ ਤੇ ਹੈ। ਸ਼ੀ ਹੈਜ਼ ਬੀਨ ਅਵੇ ਫਰਾਈਡੇ, ਉਹ ਸ਼ੁੱਕਰਵਾਰ ਤੋਂ ਮਤਲਬ ਗਈ ਹੋਈ ਹੈ। ਦੇਖੋ ਸ਼ੁੱਕਰਵਾਰ ਐਗਜ਼ੈਕਟ ਦਿਨ ਆ ਗਿਆ, ਦਿਨ ਦਾ ਨਾਮ ਆ ਗਿਆ, ਤਾਂ ਇੱਥੇ ਵੀ ਸਿੰਸ। ਲਾਸਟ ਦੇਖੋ, ਦ ਵੈਦਰ ਇਜ਼ ਡਰਾਈ। ਜਿਹੜਾ ਵੈਦਰ ਹੈ ਕਹਿੰਦਾ ਬਹੁਤ ਜ਼ਿਆਦਾ ਡਰਾਈ ਹੈ। ਇਟ ਹੈਜ਼ ਨॉट ਰੇਨਿੰਗ ਅ ਫਿਊ ਵੀਕਸ, ਕੁਝ ਹਫ਼ਤਿਆਂ ਤੋਂ ਵਰਖਾ ਨਹੀਂ ਹੋਈ। ਦੇਖੋ ਅ ਫਿਊ ਵੀਕਸ ਕੋਈ ਐਗਜ਼ੈਕਟ ਸਮਾਂ ਨਹੀਂ ਹੈਗਾ, ਤਾਂ ਇੱਥੇ ਆਪਾਂ ਫॉर ਦਾ ਯੂਜ਼ ਕਰਾਂਗੇ। ਬਿਲਕੁਲ ਸਿੰਪਲ ਹੈ। ਹੁਣ ਅਗਲਾ ਆ ਜਾਓ, ਸੈਕਿੰਡ। ਜਿਹੜੀ ਇਸ ਦੀ ਸੈਕਿੰਡ ਐਕਸਰਸਾਈਜ਼ ਹੈ ਇੰਟਰਸਟਿੰਗ ਹੈ, ਸਮਝਣ ਵਾਲੀ ਹੈ ਥੋੜੀ ਜੀ ਤੇ ਇੰਟਰਸਟਿੰਗ ਵੀ ਹੈ। ਇਸ ਦੇ ਵਿੱਚ ਕਰਨਾ ਕੀ ਹੈ ਦੇਖੋ, ਮੈਂ ਤੁਹਾਨੂੰ ਸਿੱਧਾ ਹੀ ਸਮਝਾਉਣਾ। ਆਪਣੇ ਕੋਲ 1 2 3 4 5 6 ਸੈਂਟੈਂਸ ਇੱਧਰ ਤੁਹਾਨੂੰ ਦਿਖਾਈ ਦਿੰਦੇ ਹੋਣੇ ਹਨਾ, 6 ਸੈਂਟੈਂਸ। ਔਰ ਜਿਹੜੇ 6 ਸੈਂਟੈਂਸ ਨੇ ਅੱਗੇ 6ਾਂ ਦੇ 2-2 ਨੇ। ਦੇਖੋ ਜਿਵੇਂ ਫਸਟ ਹੈ, ਫਸਟ ਦਾ ਇੱਕ ਇਹ ਸੈਂਟੈਂਸ ਹੋ ਗਿਆ, ਇੱਕ ਇਹ ਸੈਂਟੈਂਸ। ਸੈਕਿੰਡ ਦਾ ਇੱਕ ਇਹ ਹੋ ਗਿਆ, ਇੱਕ ਥਰਡ ਦਾ ਇੱਕ 2-2 ਨੇ, ਮਤਲਬ ਸਾਰਿਆਂ ਦੇ ਦੇਖੋ 2-2 ਸੈਂਟੈਂਸ ਨੇ। ਹੁਣ ਆਪਾਂ ਨੇ ਕਰਨਾ ਕੀ ਹੈ, ਜਿਹੜੇ ਇਹ 2-2 ਸੈਂਟੈਂਸ ਨੇ ਇਹ ਕੁਐਸਚਨ ਨੇ, ਮਤਲਬ ਕਿ ਪ੍ਰਸ਼ਨ ਪੁੱਛੇ ਗਏ ਨੇ। ਜਿਹੜੇ ਪ੍ਰਸ਼ਨ ਪੁੱਛੇ ਗਏ ਨੇ ਦੋ ਤਰੀਕਿਆਂ ਦੇ ਨਾਲ ਪੁੱਛੇ ਗਏ ਨੇ। ਇੱਕ ਤਾਂ ਪ੍ਰਸ਼ਨ ਪੁੱਛਿਆ ਗਿਆ ਹਾਊ ਲੌਂਗ ਦੇ ਨਾਲ, ਇੱਕ ਪੁੱਛਿਆ ਗਿਆ ਵੈਨ ਦੇ ਨਾਲ। ਸੈਂਸ ਲਗਭਗ ਦੋਵਾਂ ਦੀ ਸੇਮ ਹੈ ਸਾਰੇ ਹੀ। ਦੇਖੋ ਇੱਕ ਹਾਊ ਲੌਂਗ, ਇੱਕ ਵੈਨ ਦੇ ਨਾਲ, ਇੱਕ ਹਾਊ ਲੌਂਗ ਦੇ ਨਾਲ ਵੈਨ, ਹਾਊ ਲੌਂਗ ਵੈਨ, ਹਾਊ ਲੌਂਗ ਵੈਨ, ਹਾਊ ਲੌਂਗ ਵੈਨ। ਤਾਂ ਆਪਾਂ ਨੇ ਕੀ ਕਰਨਾ ਹੈ, ਇਹਨਾਂ ਨੇ ਅੱਗੇ ਕੀ ਕੀਤਾ ਹੈ, ਇਹ ਜਿਹੜੇ ਕੁਐਸਚਨ ਨੇ ਇਹਨਾਂ ਦਾ ਆਨਸਰ ਵੀ ਇਹਨਾਂ ਨੇ ਦੇ ਰੱਖਿਆ। ਆਪਾਂ ਨੇ ਸਿਰਫ ਕੀ ਕਰਨਾ ਹੈ,
ਇਹ ਦੋ ਕੁਐਸਚਨ ਪੜ੍ਹਨੇ ਨੇ। ਦੋ ਕੁਐਸਚਨ ਪੜ੍ਹਨ ਤੋਂ ਬਾਅਦ ਸਾਹਮਣੇ ਆਪਾਂ ਨੇ ਇਹਨਾਂ ਦਾ ਆਨਸਰ ਦੇਖਣਾ ਹੈ, ਔਰ ਜਿਹੜਾ ਇਹਨਾਂ ਨੇ ਆਨਸਰ ਦਿੱਤਾ ਹੋਇਆ ਹੈ ਉਸ ਆਨਸਰ ਦੇ ਬਲਬੂਤੇ ਆਪਾਂ ਨੇ ਇਹ ਦੇਖਣਾ ਹੈ ਕਿ ਆਹ ਆਨਸਰ ਦਿੱਤਾ ਹੈ 10 ਇਅਰਸ ਅਗੋ, ਵੀ ਇਹਦਾ ਮਤਲਬ ਆਨਸਰ ਦਿੱਤਾ ਹੈ 10 ਇਅਰਸ ਅਗੋ, ਵੀ ਇਸ ਆਨਸਰ ਦੇ ਸਿਰ ਤੇ, ਵੀ ਇਸ ਆਨਸਰ ਦੇ ਅਨੁਸਾਰ ਜਿਹੜਾ ਕੁਐਸਚਨ ਹੈ ਉਹ ਹਾਊ ਲੌਂਗ ਵਾਲਾ ਹੈ ਜਾਂ ਫਿਰ ਵੈਨ ਵਾਲਾ ਹੈ। ਸਮਝ ਗਏ ਨਾ? ਆਪਾਂ ਨੇ ਕੀ ਕਰਨਾ ਹੈ, ਆਨਸਰ ਪੜ੍ਹਨਾ ਹੈ। ਜਿਵੇਂ ਸੈਕਿੰਡ ਹੈ, ਸੈਕਿੰਡ ਦੇ ਆ ਦੋ ਸੈਂਟੈਂਸ ਨੇ, ਦੋ ਕੁਐਸਚਨ ਨੇ, ਇਹਨਾਂ ਦਾ ਆਨਸਰ ਦਿੱਤਾ ਹੈ ਅਬਾਊਟ 5 ਇਅਰਸ, ਲਗਭਗ 5 ਸਾਲਾਂ, ਹੈ ਨਾ, ਅਬਾਊਟ 5 ਇਅਰਸ, ਲਗਭਗ 5 ਸਾਲ। ਆਪਾਂ ਨੇ ਇਹ ਆਨਸਰ ਦੇਖ ਕੇ ਇਸ ਆਨਸਰ ਦੇ ਸਿਰ ਤੇ ਆਪਾਂ ਨੇ ਦੇਖਣਾ ਹੈ ਕਿ ਜਿਹੜਾ ਇਹਨਾਂ ਚੋਂ ਕੁਐਸਚਨ ਹੈ ਉਹ ਹਾਊ ਲੌਂਗ ਵਾਲਾ ਸੈੱਟ ਹੈ ਵੀ ਇਸ ਆਨਸਰ ਦੇ ਲਈ, ਜਾਂ ਫਿਰ ਵੈਨ ਵਾਲਾ ਸੈੱਟ ਹੈ। ਜੇਕਰ ਤੁਹਾਡੇ ਇਸੇ ਤਰ੍ਹਾਂ ਸਮਝ ਨਹੀਂ ਆਉਂਦਾ, ਇੱਕ ਬਿਲਕੁਲ ਆਸਾਨ ਜਿਹਾ ਤੁਹਾਨੂੰ ਮੈਂ ਟ੍ਰਿਕ ਦੱਸਦਾ, ਬਹੁਤ ਹੀ ਆਸਾਨ। ਆਨਸਰ ਦੇਖੋ ਤੁਸੀਂ, ਜਿਹੜਾ ਆਨਸਰ ਹੈ ਜੇਕਰ ਆਨਸਰ ਦੇ ਵਿੱਚ ਐਗਜ਼ੈਕਟ ਟਾਈਮ ਦੱਸਿਆ ਗਿਆ ਹੈ, ਐਗਜ਼ੈਕਟ ਟਾਈਮ ਤੁਹਾਨੂੰ ਪਤੀ ਹੈ, ਐਗਜ਼ੈਕਟ ਮੰਥ ਦੱਸਿਆ ਗਿਆ ਹੈ, ਐਗਜ਼ੈਕਟ ਈਅਰ ਦੱਸਿਆ ਗਿਆ ਹੈ, ਠੀਕ ਹੈ। ਐਗਜ਼ੈਕਟ ਟਾਈਮ ਆਪਾਂ ਪਹਿਲਾਂ ਸਿੰਸ ਤੇ ਫॉर ਦੇ ਲਈ ਵੀ ਕੀਤਾ ਹੈ। ਜੇ ਤਾਂ ਐਗਜ਼ੈਕਟ ਟਾਈਮ ਦੱਸਿਆ ਗਿਆ, ਪੂਰਾ ਪ੍ਰੋਪਰ ਟਾਈਮ ਦੱਸਿਆ ਗਿਆ ਹੈ, ਫਿਰ ਤਾਂ ਵੈਨ ਵਾਲਾ, ਇਧਰੋਂ ਕੋਈ ਜਿਹੜਾ ਕੁਐਸਚਨ ਹੈ ਉਹ ਵੈਨ ਵਾਲਾ ਹੋਏਗਾ। ਜੇਕਰ ਪੀਰੀਅਡ ਆਫ ਟਾਈਮ ਦੱਸਿਆ ਗਿਆ, ਐਗਜ਼ੈਕਟ ਜਿਹੜਾ ਟਾਈਮ ਨਹੀਂ ਦੱਸਿਆ ਗਿਆ, ਫਿਰ ਕੀ ਹੋਏਗਾ, ਫਿਰ ਹਾਊ ਲੌਂਗ ਵਾਲਾ ਕੁਐਸਚਨ ਹੈ ਜਿਹੜਾ ਉਹ ਹੋਏਗਾ। ਠੀਕ ਹੈ, ਦੇਖੋ ਹੁਣ ਆਪਾਂ ਆਨਸਰ ਪੜ੍ਹਦੇ ਹਾਂ। ਆਹ ਫਸਟ ਦੇ ਦੋ ਕੁਐਸਚਨ ਨੇ, ਇੱਕ ਤਾਂ ਹੈਗਾ ਹਾਊ ਲੌਂਗ ਹੈਵ ਦੇ ਬੀਨ ਮੈਰਿਡ, ਵੀ ਉਹ ਕਿੰਨੇ ਸਾਲਾਂ ਤੋਂ ਵਿਆਹੇ ਹੋਏ ਨੇ, ਕਿੰਨੇ ਸਾਲ ਹੋ ਗਏ ਵਿਆਹ ਨੂੰ। ਅਗਲਾ ਹੈਗਾ ਵੈਨ ਡਿਡ ਦੇ ਗੈਟ ਮੈਰਿਡ, ਉਹਨਾਂ ਦਾ ਵਿਆਹ ਕਦੋਂ ਹੋਇਆ ਸੀ। ਠੀਕ ਹੈ, ਓਕੇ, ਦੋਨੋਂ ਪੜ੍ਹ ਲਏ। ਇੱਕ ਤਾਂ ਉਹ ਕਦੋਂ ਤੋਂ ਵਿਆਹੇ ਹੋਏ ਨੇ, ਕਿੰਨੇ ਸਮੇਂ ਤੋਂ ਵਿਆਹੇ ਹੋਏ ਨੇ, ਔਰ ਦੂਸਰਾ ਉਹਨਾਂ ਦਾ ਵਿਆਹ ਕਦੋਂ ਹੋਇਆ ਸੀ। ਇਹਨਾਂ ਨੇ ਆਨਸਰ ਦਿੱਤਾ 10 ਇਅਰਸ ਅਗੋ, 10 ਸਾਲ ਪਹਿਲਾਂ। ਜਦੋਂ ਅਗੋ ਆ ਜਾਂਦਾ ਨਾ, ਜਿਵੇਂ 1 ਮੰਥ ਅਗੋ, 1 ਡੇ ਅਗੋ, ਤਾਂ ਸਮਝੋ ਐਗਜ਼ੈਕਟ ਸਮਾਂ ਹੁੰਦਾ, ਕਿਉਂਕਿ 10 ਈਅਰ ਅਗੋ ਦਾ ਮਤਲਬ ਹੈ, ਮੰਨ ਲਓ 2020 ਚੱਲ ਰਿਹਾ ਹੈ, ਤਾਂ 10 ਈਅਰ ਅਗੋ ਕੀ ਹੋਏਗਾ 2010, ਤਾਂ ਐਗਜ਼ੈਕਟ ਸਮਾਂ ਹੋ। ਮੰਨ ਲਓ ਹੁਣ 2024 ਚੱਲ ਰਿਹਾ ਹੈ, ਤਾਂ 10 ਈਅਰ ਅਗੋ 10 ਸਾਲ ਪਹਿਲਾਂ ਕਿਹੜਾ ਹੋਏਗਾ 2014, ਤਾਂ ਇਹ ਐਗਜ਼ੈਕਟ ਸਮਾਂ ਹੈ। ਇਹਦਾ ਮਤਲਬ ਇੱਥੇ ਵੈਨ ਵਾਲਾ ਜਿਹੜਾ ਇਹ ਰਾਈਟ ਹੈ। ਤੁਸੀਂ ਨੇ ਵੈਨ ਵਾਲਾ ਕੁਐਸਚਨ ਹੈ ਜਿਹੜਾ ਉਹ ਲਿਖਣਾ ਹੈ, ਜੇਕਰ ਕਿਤੇ ਉਹਨਾਂ ਨੇ ਲਿਖਣ ਦੇ ਲਈ ਵੀ ਕਿਹਾ। ਠੀਕ ਹੈ, ਜੇ ਸਿਰਫ ਚੂਜ਼ ਕਰਨ ਦੇ ਲਈ ਕਿਹਾ ਤਾਂ ਪੇਪਰ ਦੇ ਵਿੱਚ ਜਿਸ ਤਰ੍ਹਾਂ ਵੀ ਤੁਸੀਂ ਕਰੋਗੇ, ਠੀਕ ਹੈ, ਤਾਂ ਆ ਵੈਨ ਵਾਲਾ ਇਸ ਦਾ ਰਾਈਟ ਆਨਸਰ ਹੈ। ਵੀ ਵੈਨ ਡਿਡ ਦੇ ਗੈਟ ਮੈਰਿਡ, ਉਹਨਾਂ ਦਾ ਵਿਆਹ ਕਦੋਂ ਹੋਇਆ ਸੀ 10 ਈਅਰ ਅਗੋ, 10 ਸਾਲ ਪਹਿਲਾਂ ਹੋਇਆ ਸੀ। ਓਕੇ, ਅਗਲਾ ਜੋ ਹਾਊ ਲੌਂਗ ਹੈਵ ਯੂ ਹੈਡ ਦਿਸ ਕਾਰ, ਤੁਹਾਡੇ ਕੋਲ ਇਹ ਕਾਰ ਕਿੰਨੇ ਸਮੇਂ ਤੋਂ ਹੈ। ਔਰ ਦੂਸਰਾ ਵੈਨ ਡਿਡ ਯੂ ਬਾਈ ਦਿਸ ਕਾਰ, ਇਹ ਕਾਰ ਤੁਸੀਂ ਕਦੋਂ ਖਰੀਦੀ ਸੀ। ਇਹ ਕਾਰ ਤੁਹਾਡੇ ਕੋਲ ਕਿੰਨੇ ਸਮੇਂ ਤੋਂ ਹੈ, ਇਹ ਕਾਰ ਤੁਸੀਂ ਕਦੋਂ ਖਰੀਦੀ ਸੀ। ਇੱਥੇ ਆਨਸਰ ਦਿੱਤਾ ਹੈ ਅਬਾਊਟ 5 ਇਅਰਸ, ਲਗਭਗ 5 ਸਾਲ। ਦੇਖੋ ਇਹ ਐਗਜ਼ੈਕਟ ਸਮਾਂ ਨਹੀਂ ਹੈਗਾ, ਐਗਜ਼ੈਕਟ ਸਮਾਂ ਹੈਗਾ ਇਹ ਲਗਭਗ 5 ਸਾਲ। ਆਪਾਂ ਨੂੰ ਕੀ ਪਤਾ ਲਗਭਗ 5, ਅਬਾਊਟ 5 ਇਅਰਸ। ਕੋਈ ਆਪਾਂ ਨੂੰ ਕਹਿ ਦੇ ਅਬਾਊਟ 5 ਇਅਰਸ, ਤਾਂ ਇਹਦਾ ਮਤਲਬ ਪ੍ਰੋਪਰ ਸਮਾਂ ਤਾਂ ਹੈ ਨਹੀਂ, ਇਹ ਤਾਂ ਪ੍ਰੋਪਰ ਸਮਾਂ ਨਹੀਂ ਹੈਗਾ। ਇਹਦਾ ਮਤਲਬ ਹਾਊ ਲੌਂਗ ਦਾ ਇਹ ਆਪਣੇ ਕੋਲ ਕੀ ਹੈ ਆਨਸਰ ਹੈ। ਇਹ ਆਨਸਰ ਇਸ ਚੀਜ਼ ਦਾ ਹੈ, ਹਾਊ ਲੌਂਗ ਹੈਵ ਯੂ ਹੈਡ ਦਿਸ ਕਾਰ, ਇਹ ਕਾਰ ਤੁਹਾਡੇ ਕੋਲ ਕਿੰਨੇ ਸਮੇਂ ਤੋਂ ਹੈ। ਤਾਂ ਉਹ ਕਹਿ ਰਿਹਾ ਅਬਾਊਟ 5 ਇਅਰਸ, ਵੀ ਲਗਭਗ 5 ਸਾਲਾਂ ਤੋਂ ਇਹ ਕਾਰ ਮੇਰੇ ਕੋਲ ਹੈ। ਹੁਣ ਜੇਕਰ ਆਪਾਂ ਇਹਦਾ ਆਨਸਰ ਇਹ ਕਹਾਂਗੇ, ਇਹਨਾਂ ਨੇ ਕਿਹਾ ਵੈਨ ਡਿਡ ਯੂ ਬਾਈ ਦਿਸ ਕਾਰ, ਇਹ ਕਾਰ ਤੁਸੀਂ ਕਦੋਂ ਖਰੀਦੀ, ਤਾਂ ਆਪਾਂ ਇਹ ਥੋੜੀ ਕਹਾਂਗੇ ਲਗਭਗ 5 ਸਾਲ। ਹੁਣ ਆਪਣੇ ਤੋਂ ਕੋਈ ਪੁੱਛਦਾ ਤੁਸੀਂ ਨੇ ਇਹ ਕਾਰ ਕਦੋਂ ਖਰੀਦੀ ਹੈ, ਆਪਾਂ ਮੂਹਰੋਂ ਕਹਿ ਦਈਏ ਲਗਭਗ 5 ਸਾਲ, ਤੇ ਤਾਂ ਗੱਲ ਨਹੀਂ ਬਣੀ ਨਾ, ਪ੍ਰੋਪਰ ਸਮਾਂ ਨਹੀਂ ਹੈਗਾ। ਇਹਦਾ ਮਤਲਬ ਇਹ ਹਾਊ ਲੌਂਗ ਦਾ, ਸਮਝ ਗਏ। ਅਗਲਾ ਦੇਖੋ ਕੁਐਸਚਨ ਕਿਹੜਾ ਹੈ, ਹਾਊ ਲੌਂਗ ਹੈਵ ਯੂ ਬੀਨ ਵੇਟਿੰਗ, ਤੁਸੀਂ ਕਿੰਨੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ। ਜਾਂ ਫਿਰ ਵੈਨ ਡਿਡ ਯੂ ਗੈਟ ਹੇਅਰ, ਤੁਸੀਂ ਇੱਥੇ ਕਦੋਂ ਆਏ ਸੀ। ਤਾਂ ਉਹ ਕਹਿ ਰਿਹਾ ਓਨਲੀ ਅ ਫਿਊ ਮਿੰਟਸ, ਸਿਰਫ ਕੁਝ ਕੁ ਮਿੰਟ। ਤਾਂ ਇਹ ਵੀ ਦੇਖੋ ਪ੍ਰੋਪਰ ਸਮਾਂ ਨਹੀਂ ਹੈਗਾ, ਸਿਰਫ ਕੁਝ ਕੁ ਮਿੰਟ। ਇਹਦਾ ਮਤਲਬ ਇਹ ਵੀ ਹਾਊ ਲੌਂਗ ਦਾ। ਉਹ ਪੁੱਛ ਰਿਹਾ ਹਾਊ ਲੌਂਗ ਹੈਵ ਯੂ ਬੀਨ ਵੇਟਿੰਗ, ਤੁਸੀਂ ਕਿੰਨੇ ਸਮੇਂ ਤੋਂ ਵੇਟ ਕਰ ਰਹੇ ਹੋ। ਤਾਂ ਉਹ ਕਹਿ ਰਿਹਾ ਓਨਲੀ ਅ ਫਿਊ ਮਿੰਟਸ, ਕੁਝ ਕੁ ਸਮੇਂ ਤੋਂ ਵੇਟ ਕਰ ਰਹੇ ਹਾਂ। ਅਗਲਾ ਆ ਜਾਓ, ਅਗਲੇ ਦੇ ਵਿੱਚ ਕੁਐਸਚਨ ਹੈ ਹਾਊ ਲੌਂਗ ਹੈਵ ਯੂ ਬੀਨ ਡੂਇੰਗ ਯੋਰ ਕੋਰਸ, ਤੁਸੀਂ ਆਪਣਾ ਕੋਰਸ ਕਦੋਂ ਤੋਂ ਕਰ ਰਹੇ ਹੋ। ਔਰ ਅਗਲਾ ਹੈਗਾ ਵੈਨ ਡਿਡ ਯੂਅਰ ਕੋਰਸ ਸਟਾਰਟ, ਤੁਹਾਡਾ ਕੋਰਸ ਕਦੋਂ ਸਟਾਰਟ ਹੋਇਆ ਸੀ। ਤਾਂ ਅੱਗੇ ਹੈਗਾ ਸੈਪਟੈਂਬਰ, ਦੇਖੋ ਐਗਜ਼ੈਕਟ ਟਾਈਮ ਹੈਗਾ ਨਾ, ਐਗਜ਼ੈਕਟ ਟਾਈਮ, ਤਾਂ ਇਹਦਾ ਮਤਲਬ ਵੈਨ ਨਾਲ ਆਏਗਾ। ਦੇਖੋ ਵੈਨ ਨਾਲ ਆਏਗਾ, ਸਮਝ ਗਏ। ਅਗਲਾ ਪੰਜਵਾਂ, ਹਾਊ ਲੌਂਗ ਹੈਜ਼ ਐਨਾ ਬੀਨ ਇਨ ਲੰਡਨ, ਜਿਹੜੀ ਐਨਾ ਉਹ ਲੰਡਨ ਦੇ ਵਿੱਚ ਕਦੋਂ ਤੋਂ ਹੈ। ਔਰ ਅਗਲਾ ਹੈਗਾ ਵੈਨ ਡਿਡ ਐਨਾ ਅਰਾਈਵਡ ਇਨ ਲੰਡਨ, ਜਿਹੜੀ ਐਨਾ ਹੈ ਉਹ ਲੰਡਨ ਕਦੋਂ ਪਹੁੰਚੀ। ਤਾਂ ਅੱਗੇ ਹੈਗਾ ਦੇਖੋ ਲਾਸਟ ਵੀਕ, ਦੇਖੋ ਇਹ ਐਗਜ਼ੈਕਟ ਹੈ, ਐਗਜ਼ੈਕਟ ਹੈਗਾ ਨਾ।
क्योंकि लास्ट वाला ਜਿਹੜੇ एग्जैक्ट टाइम ਹੁੰਦਾ ਉਹਦੇ ਨਾਲ ਆਪਾਂ since यूज़ करते हैं। मैं ਤੁਹਾਨੂੰ for ਤੇ since ਦਾ ਦੱਸਿਆ ਸੀ ਨਾ। ਤਾਂ ਜਿਹੜਾ ਲਾਸਟ ਸੀਗਾ ਦੇਖੋ since ਵਾਲੀ ਸਾਈਡ ਸੀ ਨਾ, since ਲਾਸਟ ਵੀਕ ਪਿਛਲੇ ਹਫਤੇ, ਮੰਨ ਲਓ ਆਹ ਹਫਤਾ ਚੱਲ ਰਿਹਾ ਤਾਂ ਐਗਜ਼ੈਕਟ ਟਾਈਮ ਹੈ ਵੀ ਇਸ ਤੋਂ ਪਿਛਲੇ ਹਫਤੇ, ਆਪਾਂ ਨੂੰ ਬਿਲਕੁਲ ਸਾਫ਼ ਪਤਾ ਚੱਲ ਰਿਹਾ ਹੈ। ਤਾਂ ਇਹ ਐਗਜ਼ੈਕਟ ਟਾਈਮ ਹੈ, ਇਸ ਦੇ ਵਿੱਚ ਵੀ when ਵਾਲਾ ਆਏਗਾ। ਈਜ਼ੀ ਹੈ ਨਾ। ਅਗਲਾ how long have you known each other, ਤੁਸੀਂ ਇੱਕ ਦੂਸਰੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ। ਜਾਂ ਫਿਰ when did you first meet each other, ਤੁਸੀਂ ਇੱਕ ਦੂਸਰੇ ਨੂੰ ਫਸਟ ਟਾਈਮ ਕਦੋਂ ਮਿਲੇ। ਤਾਂ ਅੱਗੇ ਦੇਖੋ ਟਾਈਮ ਹੈ a long time, ਲੰਬਾ ਸਮਾਂ। ਤਾਂ ਇਹ ਵੀ ਐਗਜ਼ੈਕਟ ਟਾਈਮ ਨਹੀਂ ਹੈਗਾ। a long time ਕਿੱਡਾ ਵੀ ਲੰਬਾ ਸਮਾਂ ਹੋ ਸਕਦਾ ਹੈ, ਇਹਦਾ ਮਤਲਬ how long ਇਹ ਆਨਸਰ ਹੈ। ਸੋ ਇਹ ਤੁਸੀਂ ਚੀਜ਼ ਹੈ ਜਿਹੜੀ ਉਹ ਆਹ ਚੀਜ਼ ਬਸ ਯਾਦ ਰੱਖ ਲਿਓ। ਜਿਹੜਾ ਆਨਸਰ ਹੈ ਜੇਕਰ ਐਗਜ਼ੈਕਟ ਟਾਈਮ ਹੈ ਤਾਂ when ਵਾਲਾ ਹੋਏਗਾ, ਜੇਕਰ ਪੀਰੀਅਡ ਆਫ ਟਾਈਮ ਹੈ ਤਾਂ how long ਵਾਲਾ ਹੋਏਗਾ। ਠੀਕ ਹੈ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਜਿਹੜੀ ਆਪਣੀ ਐਕਸਰਸਾਈਜ਼ ਫਸਟ ਐਂਡ ਸੈਕਿੰਡ। ਐਂਡ ਇਸ ਤੋਂ ਅੱਗੇ ਆਪਣੀ ਇਸ ਯੂਨਿਟ ਦੀ ਥਰਡ ਜਿਹੜੀ ਆਪਣੀ ਐਕਸਰਸਾਈਜ਼ ਹੈ ਉਹ ਆਪਾਂ ਕਰਾਂਗੇ। ਫੋਰਥ ਵਾਲੀ ਆਪਾਂ ਛੱਡ ਸਕਦੇ ਹਾਂ, ਉਸ ਨੂੰ ਆਪਾਂ ਨਹੀਂ ਕਰਾਂਗੇ। ਫਸਟ ਸੈਕਿੰਡ ਅਤੇ ਥਰਡ ਹੈ ਜਿਹੜੀ ਆਪਾਂ ਇਹ ਤਿੰਨੋਂ ਹੀ ਐਕਸਰਸਾਈਜ਼ਸ ਕਰਾਂਗੇ। ਦੇਖੋ ਥਰਡ ਐਕਸਰਸਾਈਜ਼ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਕੀ ਹੈ, ਆਸਾਨ ਤਾਂ ਦੇਖੋ ਹਰ ਇੱਕ ਚੀਜ਼ ਆਸਾਨ ਹੁੰਦੀ ਹੈ, ਸਮਝਣ ਦੀ ਜ਼ਰੂਰਤ ਹੁੰਦੀ ਹੈ। ਇਹਦੇ ਵਿੱਚ ਥੋੜਾ ਜਿਹਾ ਧਿਆਨ ਦੇ ਨਾਲ ਸਮਝਣਾ ਬਸ। ਠੀਕ ਹੈ। ਧਿਆਨ ਦੇ ਨਾਲ ਕਿਉਂ, ਉਹ ਦੇਖੋ ਆਪਾਂ ਗੱਲ ਕਰਦੇ ਹਾਂ ਕਿਉਂ। ਸਭ ਤੋਂ ਪਹਿਲਾਂ ਦੇਖੋ ਇਸ ਦੀ ਇਹ ਵਾਲੀ ਆਪਣੀ ਜਿਹੜੀ ਥਰਡ ਹੈ, ਇੱਥੇ ਆਪਾਂ 1 ਹੀ ਲਿਖ ਰੱਖਿਆ ਹੈ। ਥਰਡ ਐਕਸਰਸਾਈਜ਼ ਹੈ, ਕਰਨਾ ਕੀ ਹੈ, ਰੀਡ ਦ ਸਿਚੁਏਸ਼ਨਸ ਐਂਡ ਕੰਪਲੀਟ ਦ ਸੈਂਟੈਂਸਸ। ਇਹਨਾਂ ਨੇ ਕੀ ਕੀਤਾ ਹੈ, ਪਹਿਲਾਂ ਆਪਾਂ ਨੂੰ ਹਰ ਇੱਕ ਜਿੰਨੇ ਵੀ ਸੈਂਟੈਂਸ ਨੇ 8 ਪਹਿਲਾਂ ਸਿਚੁਏਸ਼ਨ ਦਿੱਤੀ ਹੈ। ਜਿਸ ਤਰ੍ਹਾਂ ਇੱਥੇ ਤੱਕ ਆਪਾਂ ਨੂੰ ਇੱਕ ਸਿਚੁਏਸ਼ਨ ਆਪਾਂ ਨੇ ਪੜ੍ਹਨੀ ਹੈ, ਉਸ ਤੋਂ ਬਾਅਦ ਜਿਹੜਾ ਇਹ ਵਾਲਾ ਸੈਂਟੈਂਸ ਆਪਾਂ ਨੇ ਕੰਪਲੀਟ ਕਰਨਾ ਹੈ। ਇਸੇ ਤਰ੍ਹਾਂ ਸੈਕਿੰਡ ਦੀ ਇੱਥੇ ਤੱਕ ਇਹ ਸਿਚੁਏਸ਼ਨ ਹੈ, ਆਹ ਵਾਲਾ ਸੈਂਟੈਂਸ ਕੰਪਲੀਟ ਕਰਨਾ ਹੈ। ਸਾਰਿਆਂ ਦਾ ਇਸ ਤਰ੍ਹਾਂ ਹੀ ਹੈ। ਹੁਣ ਆਪਾਂ ਨੇ ਕਰਨਾ ਕੀ ਹੈ, ਜਿਹੜੇ ਆਪਾਂ ਆਹ ਸੈਂਟੈਂਸ ਕੰਪਲੀਟ ਕਰਨੇ ਨੇ, ਇਹ ਆਪਾਂ ਪਹਿਲਾਂ ਜਿਹੜਾ ਸੈਂਟੈਂਸ ਪੜਾਂਗੇ ਇਸ ਦੀ ਸੈਂਸ ਦੇ ਮੁਤਾਬਕ ਹੀ ਆਪਾਂ ਨੇ ਕੰਪਲੀਟ ਕਰਨੇ ਨੇ। ਮਤਲਬ ਕਿ ਜੋ ਕੁਝ ਉਧਰ ਉਹਨਾਂ ਨੇ ਆਪਾਂ ਨੂੰ ਦੱਸਿਆ ਉਸੇ ਹਿਸਾਬ ਨਾਲ ਲਗਭਗ ਜਿਹੜਾ ਮੀਨਿੰਗ ਹੈ ਉਹ ਸੇਮ ਬਣੂਗਾ। ਠੀਕ ਹੈ। ਬਟ ਉਹ ਥੋੜਾ ਜਿਹਾ ਆਪਾਂ ਨੂੰ ਦਿਮਾਗ ਤੋਂ ਵੀ ਉਸ ਦੇ ਵਿੱਚ ਕੰਮ ਲੈਣਾ ਪਏਗਾ, ਹੈ ਨਾ। ਜ਼ਰੂਰੀ ਨਹੀਂ ਕਿ ਉਸ ਦੇ ਵਿੱਚ ਜਿਹੜੇ ਇੱਧਰ ਸ਼ਬਦ ਨੇ ਆਪਾਂ ਉਹੀ ਸੇਮ ਯੂਜ਼ ਕਰਾਂਗੇ, ਥੋੜਾ ਜਿਹਾ ਆਪਾਂ ਨੂੰ ਬਸ ਸੋਚ ਕੇ ਬਣਾਉਣਾ ਪਏਗਾ। ਬਟ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਸਿੰਪਲ ਜੀ ਹੈ, ਬਾਕੀ ਜਦੋਂ ਬਣਾਵਾਂਗੇ ਤੁਸੀਂ ਸਮਝੀ ਜਾਓਗੇ। ਇਹ ਇਹੀ ਜੀ ਮਤਲਬ ਐਕਸਰਸਾਈਜ਼ ਹੈ, ਜਦੋਂ ਆਪਾਂ ਬਣਾਵਾਂਗੇ ਨਾਲ ਹੁੰਦੇ ਹੀ ਤੁਹਾਨੂੰ ਸਮਝਾਵਾਂਗਾ ਮੈਂ, ਪਹਿਲਾਂ ਨਹੀਂ। ਪਹਿਲਾਂ ਇੱਕ ਚੀਜ਼ ਸਮਝਾ ਦੂੰਗਾ, ਜਿਹੜੀ ਇਹਨਾਂ ਨੇ ਸਿਚੁਏਸ਼ਨ ਪਹਿਲਾਂ ਆਪਾਂ ਨੂੰ ਇੱਧਰ ਦਿੱਤੀ ਗਈ ਹੈ, ਜਿਹੜੇ ਇਹਨਾਂ ਨੇ ਪਹਿਲਾਂ ਇਹ ਸੈਂਟੈਂਸ ਦਿੱਤਾ ਗਿਆ ਹੈ, ਜਿਹੜਾ ਆਪਾਂ ਇੱਥੇ ਸੈਂਟੈਂਸ ਬਣਾਵਾਂਗੇ, ਜੇਕਰ ਇਹਨਾਂ ਦਾ ਜਿਹੜਾ ਇਹਨਾਂ ਨੇ ਆਪਾਂ ਨੂੰ ਸੈਂਟੈਂਸ ਦਿੱਤਾ ਪਹਿਲੀ ਸਿਚੁਏਸ਼ਨ, ਜੇਕਰ ਉਹ ਸੈਂਟੈਂਸ ਪਾਸਟ ਇੰਡੈਫੀਨਿਟ ਹੋਇਆ, ਪਾਸਟ ਇੰਡੈਫੀਨਿਟ ਤੁਹਾਨੂੰ ਪਤੀ ਹੈ ਪਹਿਚਾਣ, ਜੇਕਰ ਇਹ ਸੈਂਟੈਂਸ ਇਹਨਾਂ ਵਾਲਾ ਪਾਸਟ ਇੰਡੈਫੀਨਿਟ ਹੋਇਆ ਤਾਂ ਜਿਹੜਾ ਆਪਾਂ ਇੱਥੇ ਬਣਾਵਾਂਗੇ ਜਾਂ ਤਾਂ ਉਹ ਪਾਸਟ ਪਰਫੈਕਟ ਬਣਾਵਾਂਗੇ ਜਾਂ ਪਾਸਟ ਪਰਫੈਕਟ ਕੰਟੀਨਿਊਸ। ਮਤਲਬ ਪਾਸਟ ਪਰਫੈਕਟ ਤੁਹਾਨੂੰ ਪਤੀ ਹੈ ਕਈ ਵਰਬ ਦੀ ਫਾਰਮਸ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਲ ਆਪਾਂ ਪਾਸਟ ਪਰਫੈਕਟ ਕੰਟੀਨਿਊਸ ਨਹੀਂ ਬਣਾਵਾਂਗੇ, ਜਿਸ ਤਰ੍ਹਾਂ ਨਾਓ, ਨੀਡ, ਹੈ ਨਾ, ਇਸ ਤਰ੍ਹਾਂ ਦੀਆਂ ਫਾਰਮਸ, ਬੀ ਹੋ ਗਈ, ਹੈਵ ਹੋ ਗਿਆ। ਜੇਕਰ ਇੱਧਰ ਜਿਹੜਾ ਇਹਨਾਂ ਨੇ ਬਣਾਇਆ ਹੋਇਆ, ਜੇਕਰ ਇਹਨਾਂ ਦਾ ਬਣਾਇਆ ਹੋਇਆ ਪਾਸਟ ਪਰਫੈਕਟ ਹੋਇਆ ਪਹਿਲਾਂ ਤੋਂ ਹੀ, ਪਾਸਟ ਪਰਫੈਕਟ ਜਾਂ ਪਾਸਟ ਪਰਫੈਕਟ ਕੰਟੀਨਿਊਸ, ਤਾਂ ਜਿਹੜਾ ਫਿਰ ਆਪਾਂ ਇੱਥੇ ਬਣਾਵਾਂਗੇ ਉਹ ਆਪਾਂ ਪਾਸਟ ਇੰਡੈਫੀਨਿਟ ਬਣਾਵਾਂਗੇ। ਬਸ ਇਹ ਚੀਜ਼ ਤੁਸੀਂ ਖਿਆਲ ਰੱਖਣਾ। ਓਕੇ, ਹੁਣ ਆਪਾਂ ਸਟਾਰਟ ਕਰੀਏ ਫਸਟ ਤੋਂ। ਦੇਖੋ ਪਹਿਲਾਂ ਇਹ ਸਿਚੁਏਸ਼ਨ ਇਹਨਾਂ ਨੇ ਕੀ ਦਿੱਤੀ ਹੈ, ਦੇਖੋ ਪੜੋ। ਇਟ ਇਜ਼ ਰੇਨਿੰਗ, ਬਰਖਾ ਹੋ ਰਹੀ ਹੈ। ਇਟ ਹੈਜ਼ ਬੀਨ ਰੇਨਿੰਗ ਸਿੰਸ ਲੰਚ ਟਾਈਮ, ਜਿਹੜੀ ਇਹ ਬਰਖਾ ਹੈ ਇਹ ਲੰਚ ਟਾਈਮ ਤੋਂ ਹੋ ਰਹੀ ਹੈ। ਸਿਚੁਏਸ਼ਨ ਸਮਝ ਆ ਗਈ ਨਾ, ਬਰਖਾ ਹੋ ਰਹੀ ਹੈ, ਔਰ ਜਿਹੜੀ ਬਰਖਾ ਕਦੋਂ ਤੋਂ ਹੋ ਰਹੀ ਹੈ, ਇਹ ਕਹਿੰਦੇ ਜਿਹੜੀ ਬਰਖਾ ਉਹ ਲੰਚ ਟਾਈਮ ਤੋਂ ਹੋ ਰਹੀ ਹੈ। ਇਹ ਗੱਲ ਸਮਝ ਆ ਗਈ। ਅਗਲੀ ਗੱਲ ਦੇਖੋ, ਇਟ ਹੈਜ਼ ਬੀਨ ਰੇਨਿੰਗ, ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੈ ਨਾ, ਤੇ ਆਪਣਾ ਸੌਰੀ ਪ੍ਰੈਜ਼ੈਂਟ ਪਰਫੈਕਟ ਹੈ ਨਾ, ਰੇਨਿੰਗ ਦਾ ਜਿਹੜਾ ਨਾਉਨ ਹੈ। ਠੀਕ ਹੈ, ਪ੍ਰੈਜ਼ੈਂਟ ਪਰਫੈਕਟ ਹੈ, ਪ੍ਰੈਜ਼ੈਂਟ ਪਰਫੈਕਟ ਹੈ। ਆਪਾਂ ਜਿਹੜਾ ਇੱਥੇ ਬਣਾਵਾਂਗੇ ਆਪਾਂ ਪਾਸਟ ਇੰਡੈਫੀਨਿਟ ਬਣਾਵਾਂਗੇ। ਹੁਣ ਪਾਸਟ ਇੰਡੈਫੀਨਿਟ ਬਣਾਉਣਾ ਕਿਸ ਤਰ੍ਹਾਂ, ਇਹਨਾਂ ਨੇ ਆਪਾਂ ਨੂੰ ਕੀ ਸਟਾਰਟ ਕਰਕੇ ਦਿੱਤਾ, ਇਟ ਐਟ ਲੰਚ ਟਾਈਮ। ਐਟ ਲੰਚ ਟਾਈਮ ਦਾ ਮਤਲਬ ਕੀ ਹੈ, ਲੰਚ ਟਾਈਮ ਦੇ ਸਮੇਂ। ਇਹਦਾ ਮਤਲਬ ਦੇਖੋ ਇੱਧਰ ਇਹਨਾਂ ਨੇ ਆਪਾਂ ਨੂੰ ਕਿਹਾ ਵੀ ਬਰਖਾ ਹੋ ਰਹੀ ਹੈ, ਔਰ ਜਿਹੜੀ ਇਹ ਬਰਖਾ ਹੈ ਲੰਚ ਟਾਈਮ ਵੇਲੇ ਦੀ ਸਟਾਰਟ ਹੋਈ ਹੈ, ਲੰਚ ਟਾਈਮ ਤੋਂ ਸਟਾਰਟ ਹੋ ਰਹੀ ਹੈ ਬਰਖਾ, ਵੀ ਜਿਹੜੀ ਬਰਖਾ ਹੋ ਰਹੀ ਹੈ ਲੰਚ ਟਾਈਮ ਵੇਲੇ ਦੀ ਹੋ ਰਹੀ ਹੈ। ਇਹਦਾ ਮਤਲਬ ਓਬਵੀਅਸ ਹੈ, ਜੇਕਰ ਬਰਖਾ ਵੀ ਇਟ ਹੈਜ਼ ਬੀਨ ਰੇਨਿੰਗ ਸਿੰਸ ਲੰਚ ਟਾਈਮ, ਵੀ ਜਿਹੜੀ ਰੇਨਿੰਗ ਹੈ ਲੰਚ ਟਾਈਮ ਤੋਂ ਹੋ ਰਹੀ ਹੈ। ਲੰਚ ਟਾਈਮ ਤੋਂ ਮਤਲਬ ਇਹਦਾ ਮਤਲਬ ਜਿਹੜੀ ਬਰਖਾ ਉਹ ਲੰਚ ਟਾਈਮ ਵੇਲੇ ਸਟਾਰਟ ਹੋਈ ਸੀ। ਹੁਣ ਜਦੋਂ ਲੰਚ ਟਾਈਮ ਵੇਲੇ ਸਟਾਰਟ ਹੋਈ ਸੀ, ਇਸ ਸੈਂਟੈਂਸ ਦੇ ਵਿੱਚ ਆਪਾਂ ਇਹੀ ਦੱਸਣਾ ਹੈ ਵੀ ਜਿਹੜੀ ਬਰਖਾ ਹੈ ਉਹ ਲੰਚ ਟਾਈਮ, ਐਟ ਲੰਚ ਟਾਈਮ, ਦੇਖੋ ਇੱਥੇ ਐਟ ਆ ਗਿਆ ਨਾ,
क्योंकि इत्थे सिंस लंच टाइम तो है नहीं, जेकर सिंस लंच टाइम हुंदा फिर तो आपां आही गल आ गई, इट हैज़ बीन रेनिंग सिंस लंच टाइम। इत्थे इन्हां ने एट लंच टाइम कहा, इहदा मतलब इस सेंटेंस दे विच आपां इह दसना है भी जिहड़ी इह वर्क है स्टार्ट कदों होई सी, तो स्टार्ट कदों होई सी एट लंच टाइम। तो यदा मतलब आप कहांगे पास्ट इंडेफिनिट बनावांगे, आप कहांगे भी लंच टाइम वेले स्टार्ट हुई सी, इट आप कहांगे इट स्टार्टड रेनिंग, इट स्टार्टड रेनिंग एट लंच टाइम। देखो ये बन गया इट स्टार्टड रेनिंग एट लंच टाइम। बस आ चीज़ का ध्यान रखना है। सैकेंड देखो एना एंड जैस आर फ्रेंड्स, जेडे एना अते जैस ने वो दोनों ही फ्रेंड्स ने। अगला दे फस्ट मैट ईयर्स अगो, वो मतलब पहली बार कदों मिले सी, ईयर्स अगो सालों पहला मिले सी। अगली गल जी हूँ आप उत्थे बनाने तो पहला दे फस्ट मैट, ये पास्ट इंडेफिनेट है, आप पास्ट परफेक्ट या पास्ट परफेक्ट कंटीन्यूस बनावांगे उधर। हुण इन्हां दी सिचुएशन पढ़ ली, वो दोनों दोस्त ने और वो सालों पहला मिले सी। हुण इन्हां ने स्टार्ट करके दिता है दे हैव ईयर्स, दे हैव ईयर्स, इहदा मतलब इत्थे आपां कहांगे वो एक दूसरे नूं सालां तो जाणदे ने, यही गल कहांगे ना। देखो दे हैव नाउन, क्योंकि प्रेजेंट परफेक्ट बनावांगे, हैव इन्हां ने लगा के दिता है, कंटिन्यू तो बनता नहीं, नाउन आ गई। आप कहांगे दे हैव नॉन ईच अदर, दे हैव नॉन ईच अदर, वो एक दूसरे नूं जाणदे ने ईयर्स सालां तो, फॉर ईयर्स, दे हैव नॉन ईच अदर ईयर्स। इस दे विच इसे तरह समझ के करना पैना। देखो ठीक है, थोड़ा जिहा सेंस समझनी है बस। देखो अपन इत्थों पता लगा दोनों दोस्त ने और वो पहली बार सालों पहला मिले सी, इहदा मतलब आप कहांगे भी एक दूसरे नूं सालों तो जाणदे ने। इत्थे दे हैव आ गया क्योंकि प्रेजेंट परफेक्ट बनाउणा है, दे हैव नॉन ईच अदर फॉर ईयर्स। अगला देखो मार्क इज अनवैल, जिहड़ा मार्क है वो अनवैल है, मतलब ठीक नहीं हैगा। ही बिकेम इल ऑन संडे, वो संडे नूं बीमार होया सी। देखो ये पास्ट इंडेफिनेट आ गया, इहदा मतलब आपां पास्ट परफेक्ट या पास्ट परफेक्ट कंटिन्यू बनावांगे। मार्क अनवैल है, ही बिकेम इल ऑन संडे, और संडे नूं हो की होया सी, बीमार होया सी। तां इत्थों इन्हां ने स्टार्ट की करके दिता है ही हैज़ संडे। देखो हैज़ लगाता पास्ट परफेक्ट बनू, इहदा मतलब इत्थे आपां कहांगे वो संडे तो बीमार है, इहदा मतलब आपां कहांगे ही हैज़ बीन। बीन मतलब कि वर्ब की थर्ड फॉर्म है बी दी, होना, इत्थे वर्ब की फॉर्म है बी, होना, भी वो संडे तो बीमार है। ही हैज़ बीन इल, ही हैज़ बीन इल सिंस संडे। देखो ही हैज़ बीन इल सिंस संडे, इसका आंसर आएगा। चौथा देखो सारा इज मैरिड, जिहड़ी सारा है वो ब्याही हुई है। शी हैज़ बीन मैरिड फॉर अ ईयर, वो एक साल तो ब्याही हुई है। प्रेजेंट परफेक्ट है इत्थे, ठीक है। आपां की करांगे, आपां पास्ट इंडेफिनेट इत्थे बनावांगे। तो देखो उन्होंने स्टार्ट भी पास्ट इंडेफिनेट तो दिता है करके शी गॉट, है ना। सारा जिहड़ी ब्याही हुई है और एक साल तो ब्याही हुई है, मतलब कुल मिला के आपां कह सकते हैं उहदे ब्याह नूं एक साल हो गया। इत्थे आपां कहांगे पास्ट इंडेफिनेट भी उसका ब्याह एक साल पहला होया सी, क्योंकि पास्ट इंडेफिनेट च तां यही कहांगे उसका ब्याह एक साल पहला होया सी। तां आपां कहांगे शी गॉट मैरिड, शी गॉट मैरिड अ ईयर अगो, क्योंकि पास्ट इंडेफिनेट दे विच तां आपां अगो ही कहांगे भी एक साल पहला। शी गॉट मैरिड अ ईयर अगो, ठीक है। अगला है पंजवां यू हैव अ हैडेक, तुहानूं सिर दर्द हो रहा है। इट स्टार्टड वैन यू वॉक अप, कहना उदों तो स्टार्ट होया जदों तो तुसीं उठे हो, मतलब कि मेन वर्ब की फॉर्म इत्थे ये हैव होना, है ना, सिर दर्द होना। तुहाडा सिर दर्द हो रहा है और कदों स्टार्ट होया सी, जदों तुसीं उठे सी। इट स्टार्टड पास्ट, ये अपना है पास्ट इंडेफिनेट, है ना, पास्ट इंडेफिनेट है। आप पास्ट उधर परफेक्ट या पास्ट परफेक्ट कंटिन्यू बनावांगे, क्योंकि हैव वर्ब की फॉर्म है तो पास्ट परफेक्ट ही बनूगा। इट स्टार्टड वैन यू वॉक अप, मतलब जदों तो तुसीं उठे हो उदों तो स्टार्ट होया, तो इसका मतलब आप उत्थे कहांगे भी आई वॉक अप, भी मेरा सिर दर्द हो रहा जदों तो मैं उठिया। तो आप कहांगे आई हैव हैड, वर्ब की थर्ड फॉर्म है, आई हैव हैड अ हेडेक, आई वॉक अप मतलब कि सिंस, क्योंकि आई वॉक अप ना सिंस लगेगा। आई हैव हेडेक, ठीक है, आई हैव हैड अ हेडेक सिंस आई वॉक अप। छेवां देखो, इस देखो जदों जदों मैं बोलदा ध्यान नाल बस समझदे रहना, आई समझ आएगा थोनू, है ना। काम ईजी है, एडा कोई खास गल नहीं है। सुई इज़ इन अ मीटिंग एट वर्क, जी सुई है वो काम ते है तो मीटिंग दे विच है।
इट हैज़ बीन गोइंग ऑन सिंस, इट हैज़ बीन गोइंग ऑन सिंस 9 o'clock। ਜਿਹੜੀ ਇਹ ਮੀਟਿੰਗ ਹੈ 9 ਵਜੇ ਸ਼ੁਰੂ ਹੋਈ थी। भी मतलब जब आप कहेंगे इट हैज़ बीन गोइंग ऑन सिंस 9 o'clock, भी जी मीटिंग है 9 बजे तो चल रही है। जेकर 9 बजे तो चल रही है ਇਹਦਾ मतलब 9 बजे स्टार्ट हुई सी ना, ठीक है। तो इत्थे देखो, इत्थे आपां हैगी प्रेजेंट परफेक्ट कंटिन्यू, तो आपां प्रेजेंट इत्थे की करांगे, आपां पास्ट इंडेफिनेट बनावांगे। इत्थे देखो इन्होंने दिता भी स्टार्ट करके द मीटिंग एट 9 o'clock, देखो वही गल आ गई एट 9 o'clock। ਇਹਦਾ मतलब इत्थे दसांगे भी जी मीटिंग है 9 बजे स्टार्ट हुई सी, तो आप कहांगे द मीटिंग स्टार्टड एट 9 o'clock। बस इन्ना ही आ जाएगा, द मीटिंग स्टार्टड एट 9 o'clock। सत्तवां, यू आर वर्किंग इन अ होटल, तुसी होटल दे विच काम कर रहे हो। यू स्टार्टड वर्किंग देयर, ठीक है, 6 months अगो, तुसी ने 6 महीने पहला इत्थे काम करना स्टार्ट किया सी, 6 महीने पहला। और यह हैगा पास्ट इंडेफिनेट, आप अपना पास्ट परफेक्ट या पास्ट परफेक्ट कंटिन्यूस बनावांगे। और इत्थे गल हो रही है वर्किंग दी, तो पास्ट परफेक्ट कंटिन्यूस बनेगा शायद, है ना। बाकी देखते अगे, देखो इन्होंने कहा आई हैव बीन, हुण इत्थे देखो की कहा सी भी मैं एक होटल दे विच, है ना, भी तुसी एक होटल दे विच काम कर रहे हो, तुसी ने 6 महीने पहला इत्थे काम करना स्टार्ट किया सी। तो इसदा मतलब इत्थे आपां कहांगे आई हैव बीन वर्किंग, आई हैव बीन वर्किंग, मैं काम कर रहा कित्थे, इन अ होटल, किन्ने चिर तो आप कहांगे 6 महीनों तो। इत्थे आपां ने दस्सिया भी 6 महीने पहला स्टार्ट किया सी, इत्थे आपां दसांगे मैं होटल दे विच 6 महीनों तो काम कर रहा, इन अ होटल फॉर 6 months। बिल्कुल ईजी है काम। 8वां देखो, केट इज़ लर्निंग जैपनीज़, जी केट है वह जैपनीज़ सीख रही है। शी हैज़ बीन डूइंग दिस फॉर अ लॉन्ग टाइम, वो लंबे समय तो कर रही है ये काम, मतलब जैपनीज़ सीखण दा। शी हैज़ बीन डूइंग, अपना पास्ट परफेक्ट आ गया, तो आप पास्ट इंडेफिनेट बनावांगे इत्थे, ठीक है। तो हुण आपां की कहांगे, केट स्टार्टड, हुण केट ने की चीज़ स्टार्ट की, हुण आपां ये चीज़ दसांगे। इत्थे दस्सिया आपां नूं केट लर्निंग जैपनीज़ सीख रही है, तो वह शी हैज़ बीन डूइंग दिस वर्क फॉर अ लॉन्ग टाइम, लंबे समय तो ये काम कर रही है। तो इसदा मतलब आपां की कहांगे, केट स्टार्टड लर्निंग, केट स्टार्टड लर्निंग, की लर्निंग स्टार्ट किया, जैपनीज़, जैपनीज़। केट स्टार्टड लर्निंग जैपनीज़, और कदों तो, इत्थे क्या, फॉर अ लॉन्ग टाइम, आप कहांगे अ लॉन्ग टाइम अगो, क्योंकि पास्ट इंडेफिनेट है, तो कहेंगे अ लॉन्ग टाइम अगो, क्योंकि आप पास्ट इंडेफिनेट दे विच फॉर या सिंस इस तरह यूज़ नहीं करते। केट स्टार्टड लर्निंग जैपनीज़ अ लॉन्ग टाइम अगो। जी ये वाली एक्सरसाइज है, मैं स्पैशली तुहानूं कहना, ये थर्ड वाली, इसनूं तुसीं ने घੱਟ तो घੱਟ 2 या 3 बार प्रैक्टिस करना है। 2 बार तो मेरी वीडियो ही सुननी है, नाल नाल करते जाना है, और तीसरी बार तुसीं ने खुद बना के देखना है, पेपरों तो पहलां भी इसनूं है ना एक बार बना के देखना है। और जिहड़ी तुसीं प्रैक्टिस करते हुंदे हो अपने हत्थीं प्रैक्टिस कराया करो, कॉपी के उपर लिख के, वो फिर तुसीं पेपर तक नहीं भुल्लोगे, मेरा वादा तुहाडे नाल, ठीक है। सो ये सी अपनी यूनिट नंबर 12। अगे शेयर करना बिल्कुल ना भुल्लियो, ठीक है। बार बार जी गल मैं हर रोज़ कहना, मैनू बार बार ना कहो, अगे वध तो वध शेयर करते जाओ, ठीक है। सो अपनी इस वीडियो के विच फिलहाल इन्ना ही, मिलते हैं अगली वीडियो लैके जल्द ही, उदों तक दिओ इजाजत। थैंक यू सो मच।